किसी को घर से निकलते ही मिल गई मंजिल, कोई हमारी तरह उम्र भर भटकता रहा। वाह वाह। एक बार फिर ਤੁਹਾਡੇ ਲਈ ਉਸੇ ਸਿਲਸਿਲੇ 'ਚ ਮੈਂ ਰਾਮ ਚਾਹਲ ਪ੍ਰੋਗਰਾਮ ਪੱਖ ਦੇ ਮਸਲੇ ਤੇ ਮੇਰੇ ਨਾਲ ਅੱਜ ਨੇ ਸਿਰਫ ਇਕੱਲੇ ਤੌਰ ਤੇ ਸਾਡੇ ਭਗਵਾਨ ਜੀ ਮੇਰੇ ਵੱਲੋਂ ਆਪ ਸਭ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ। ਸਾਡੇ ਪੁਰਾਣੇ ਸਾਥੀ ਕੁਲਵੰਤ ਜੀ ਕਮਲ ਸਾਹਿਬ ਅੱਜ ਕੁਛ ਕਾਰਨ ਕਰਕੇ ਨਹੀਂ ਆਏ, ਅਗਲੀ ਵੀਕ ਫਿਰ ਤੁਹਾਡੇ ਰੂਬਰੂ ਹੋਣਗੇ। ਅੱਜ ਭਗਵਾਨ ਜੀ ਗੱਲ ਦੋ ਕੋਲ ਹੀ ਰਹਿ ਗਈ ਆ। ਹਾਂਜੀ, ਔਰ ਅੱਜ ਤੁਹਾਡੇ ਕੋਲ ਸਮਾਂ ਹੀ ਸਮਾਂ ਤੇ ਆਪਾਂ ਪੂਰਾ ਜਿੰਨਾ ਅੱਜ ਮੌਕਾ ਮਿਲਦਾ, ਜਿੰਨੀਆਂ ਗੱਲਾਂ ਜ਼ਿਆਦਾ ਪਿੱਛੇ ਰਹਿ ਵੀ ਜਾਂਦੀ ਕਿ ਉਹ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਮੈਂ ਫੋਨ ਲਾਈਨ ਦੀ ਵੀ ਬੇਨਤੀ ਕਰਦਾ, ਬੇਸ਼ੱਕ ਓਪਨ ਕਰ ਲੈਣ। ਸੋ ਅੱਜ ਦਰਸ਼ਕਾਂ ਨਾਲ ਵੀ ਥੋੜ੍ਹੀਆਂ ਬਹੁਤੀਆਂ ਖੁੱਲ੍ਹ ਕੇ ਗੱਲਾਂ ਹੋ ਜਾਣਗੀਆਂ। ਹਾਂਜੀ, ਖਬਰ ਹੈ ਕਿ ਅਮਰੀਕਾ ਦੇ ਵਿੱਚ ਜੋ ਮਹਾਤਮਾ ਜੋਤੀਰਾਓ ਫੂਲੇ ਦੀ ਨੂੰ ਸਮਰਪਿਤ ਇੱਕ ਔਰਤ ਦਾ ਦੇਹਾਂਤ ਹੋਇਆ। ਮੈਂ ਉਸ ਬਾਰੇ ਜਾਣਨਾ ਚਾਹਾਂਗਾ ਕਿ ਕੀ ਖਬਰ ਹੈ। ਆਪਣੇ ਅਮਰੀਕਨ ਲੇਡੀ ਜਿਹੜੀ ਅਮਰੀਕਾ 'ਚ ਜੰਮੀ ਪਲੀ, ਉੱਥੇ ਦੀ ਅੰਗਰੇਜ਼ ਸੀ ਜਿਹਦਾ ਨਾਮ ਗੇਲ ਓਮਰੀਡੇਵਿਟ ਸੀ। ਸੌਰੀ ਮੈਂ ਨਾਂ ਪੂਰੀ ਤਰ੍ਹਾਂ ਨਹੀਂ ਪ੍ਰੋਨਾਂਸ ਕਰ ਸਕਦਾ ਜੀ। ਅਤੇ ਉਹ 1964 ਦੇ ਵਿੱਚ ਭਾਰਤ ਆਈ ਜੀ ਅਤੇ ਉੱਥੇ ਘੁੰਮਣ ਫਿਰਨ ਗਈ ਸੀ। ਅਤੇ ਜਦੋਂ ਉਹਨੇ ਆਪਣੇ ਲੋਕਾਂ ਦੇ ਵਿੱਚ, ਗਰੀਬ ਲੋਕਾਂ ਦੇ ਵਿੱਚ, ਦਲਿਤ ਲੋਕਾਂ ਦੇ ਵਿੱਚ, ਆਦੀਵਾਸੀ ਲੋਕਾਂ ਦੇ ਵਿੱਚ ਘੁੰਮਣ ਗਈ ਤਾਂ ਉਸਨੂੰ ਇਹ ਲੱਗਿਆ ਵੀ ਇਹ ਲੋਕ ਕਿਸ ਤਰ੍ਹਾਂ ਉਹ ਕੰਮ ਕਰਦੇ ਪਏ ਨੇ, ਕਿਸ ਤਰ੍ਹਾਂ ਹੈਗੇ ਨੇ। ਅਤੇ ਉਹ ਉੱਥੇ ਸੈੱਟ ਹੋ ਗਈ। ਉਹਨੇ ਉੱਥੇ ਜਿਹੜਾ ਇੱਕ ਉਹਨਾਂ ਦੇ ਵਿੱਚੋਂ ਇੱਕ ਖੱਬੇ ਪੱਖੀ ਵਿਚਾਰਾਂ ਦਾ ਬੰਦਾ ਸੀ, ਉਸ ਨਾਲ ਉਹਨੇ ਉੱਥੇ ਵਿਆਹ ਕਰਵਾ ਲਿਆ ਸੀਗਾ। ਅਤੇ ਉਹਨੇ ਮੁੜ ਕੇ ਫਿਰ ਉਹ 1974 ਤੋਂ ਲੈ ਕੇ ਹੁਣ ਤੱਕ ਉਹ ਭਾਰਤ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਕਰਦੀ ਰਹੀ ਹੈ। ਅਤੇ ਖਾਸ ਕਰਕੇ ਜਿਹੜਾ ਦਲਿਤ ਜਾਂ ਪਛਾੜਾ ਗਿਆ ਸਮਾਜ ਸੀਗਾ, ਉਹਨਾਂ ਲੋਕਾਂ ਲਈ ਉਹਨੇ ਕੰਮ ਕੀਤਾ। ਮਹਾਤਮਾ ਫੂਲੇ, ਡਾਕਟਰ ਅੰਬੇਦਕਰ ਉਹਨਾਂ ਦੀ ਜਿਹੜਾ ਫਲਸਫਾ ਸੀਗਾ ਉਹਨੂੰ ਫੋਲੋ ਕੀਤਾ। ਉਹਦੇ ਉੱਤੇ ਉਹਨਾਂ ਨੇ ਕਿਤਾਬਾਂ ਉਲੱਥੇ ਕੀਤੇ ਉਹਨਾਂ ਨੇ ਕਿਤਾਬਾਂ ਦੇ, ਅਤੇ ਇੰਗਲਿਸ਼ ਤੋਂ ਮਰਾਠੀ ਦੇ ਵਿੱਚ, ਮਰਾਠੀ ਤੋਂ ਇੰਗਲਿਸ਼ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਹਾਈਲੀ ਕੁਆਲੀਫਾਈਡ ਐਕੈਡੈਮਿਕ ਸੀ ਜੀ। ਅਤੇ ਜਿਹਨੇ ਆਪਣੀ ਜ਼ਿੰਦਗੀ ਪੂਰੀ ਲਾਈ ਹੈ। ਅਤੇ ਅਸੀਂ ਕਾਂਸੀ TV ਵੱਲੋਂ, ਅਸੀਂ ਆਪਣੇ ਸਾਰਿਆਂ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਕਿ ਜਿਹੜੇ ਇਹੋ ਜਿਹੇ ਮਹਾਨ ਲੋਕ ਨੇ ਉਹਨਾਂ ਨੂੰ ਜ਼ਰੂਰ ਯਾਦ ਕਰਨਾ ਬਣਦਾ। ਕਿਉਂਕਿ ਅਸੀਂ ਗਰੀਬੀ ਦੇ ਮਾਰੇ ਭਗਵਾਨ ਸਿਖਾਉਣੀ, ਰਾਮਦਾਸ ਚਾਹਲ ਜੀ, ਅਸੀਂ ਸਾਰੇ ਉੱਥੋਂ ਭੱਜਦੇ ਹਾਂ। ਇਹ 'ਚ ਕੋਈ ਸ਼ੱਕ ਨਹੀਂ ਸਾਡੇ ਹਾਲਾਤ ਹੋਰ ਨੇ, ਪਰ ਉਹ ਲੋਕ ਜਿਹੜੇ ਲੋਕ ਇਹਨਾਂ ਅਮੀਰ ਮੁਲਕਾਂ ਜਾ ਕੇ ਸਾਡੇ ਮੁਲਕਾਂ ਦੇ ਵਿੱਚ ਉਸ ਗਰਮੀ ਸਰਦੀ ਮੱਛਰ ਦੇ ਨਾਲ ਲੜਦੇ ਨੇ, ਤਾਂ ਉਹਨਾਂ ਲੋਕਾਂ ਦੀ ਕੋਈ ਖਾਸੀਅਤ ਜ਼ਰੂਰ ਹੁੰਦੀ ਹੈ। ਕੁਛ ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਗੱਲ ਹੁੰਦੀ ਹੈ। ਅਤੇ ਸਾਨੂੰ ਵੀ ਸੋਚਣਾ ਪਊਗਾ ਉਹ ਕਿਹੜੀ ਗੱਲ ਹੁੰਦੀ ਹੈ ਜਿਹੜੀ ਆਦਮੀ ਨੂੰ ਇਸ ਲੈਵਲ 'ਤੇ, ਇਸ ਪੱਧਰ 'ਤੇ ਲਿਆਉਂਦੀ ਹੈ ਕਿ ਉਹ ਲੋਕਾਂ ਲਈ ਜਾਨ ਦੇਣ ਨੂੰ ਤਿਆਰ ਹੋ ਜਾਂਦਾ। ਅਤੇ ਅਸੀਂ ਫਿਰ ਗੇਲਜ਼ ਨੂੰ ਅੱਜ ਸ਼ਰਧਾਂਜਲੀ ਪੇਸ਼ ਕਰਦੇ ਹਾਂ ਜੀ। ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਸਲਾਮ। ਜਿੱਥੇ ਮਹਾਤਮਾ ਰਾਓ ਜੋਤੀਰਾਓ ਜੀ ਦੀ ਫੂਲੇ ਜੀ ਦੀ ਨੂੰ ਸਮਰਪਿਤ ਕੰਮ ਹੋਇਆ, ਹਾਂਜੀ, ਉੱਥੇ ਸੋਹਣ ਸਿੰਘ ਜੰਪ ਵੀ ਅੱਜ ਕੱਲ੍ਹ ਦੁਨੀਆ 'ਤੇ ਨਹੀਂ ਰਹੇ। ਉਹਨਾਂ ਬਾਰੇ ਵੀ ਮੈਂ ਤੁਹਾਡੇ ਕੋਲ ਕੁਛ ਜਾਣਨਾ ਚਾਹਾਂਗਾ। ਹਾਂਜੀ, ਭਾਰਤੀ ਮਜ਼ਦੂਰ ਸਭਾ ਜਿਹਨੂੰ ਇੰਡੀਅਨ ਵਰਕਰਸ ਐਸੋਸੀਏਸ਼ਨ ਕਹਿੰਦੇ, ਉਹਨਾਂ ਦੇ ਸਿਰਕੱਢ ਸਿਰਮੌਰ ਸਾਥੀ ਸੋਹਣ ਸਿੰਘ ਸੰਧੂ ਜੰਪ ਕਰਕੇ ਜਿਹੜੇ ਮਸ਼ਹੂਰ ਸੀਗੇ, ਉਹ ਪਿਛਲੇ ਦਿਨੀਂ ਸਾਡੇ ਤੋਂ ਵਿਛੜ ਗਏ ਨੇ। ਅਤੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੈਮੋਰੀਅਲ ਮੀਟਿੰਗ, ਯਾਦਗਾਰੀ ਮੀਟਿੰਗ ਰੱਖੀ ਗਈ ਆ, ਜਿਹੜੀ ਕਿ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ 346 ਸੋਹ ਰੋਡ ਦੇ ਉੱਤੇ ਜਿਹੜਾ ਵੈਲਫੇਅਰ ਸੈਂਟਰ ਆ, ਉਹਦੇ ਵਿੱਚ ਆਉਂਦੇ ਸ਼ਨੀਚਰਵਾਰ ਪਰਸੋਂ ਨੂੰ 2 ਤੋਂ 4 ਵਜੇ ਤੱਕ ਰੱਖੀ ਗਈ ਆ। ਅਤੇ ਉਹ ਜਿਹੜੇ ਲੋਕ ਮੇਰੇ ਵੀਰ ਜਾਣਦੇ ਉਹਨਾਂ ਨੂੰ ਉਹ ਸ਼ਰਧਾਂਜਲੀ ਸਮਰਪਿਤ ਕਰਨਾ ਚਾਹੁੰਦੇ ਨੇ, ਉੱਥੇ ਆ ਕੇ ਉਹਨਾਂ ਦੀ ਕਰ ਸਕਦੇ ਆ। ਜੰਪ ਸਾਹਿਬ ਦਾ ਬਹੁਤ ਵੱਡੀ ਦੇਣ ਹੈ ਜਿਹੜੀ ਇੱਥੇ ਦੀ ਜਿਹੜੀ ਮਜ਼ਦੂਰ ਜਮਾਤ ਹੈ, ਔਰ ਨਸਲਵਾਦ ਦੇ ਖਿਲਾਫ ਹੱਕਾਂ ਲਈ ਜਿਹੜੇ ਆਪਣੇ ਪਰਦੇਸੀ ਲੋਕ ਉਹਨਾਂ ਦੇ ਹੱਕਾਂ ਲਈ ਲੜਨ ਦੇ ਵਿੱਚ ਉਹਨਾਂ ਨੇ ਪੂਰਾ ਯੋਗਦਾਨ ਪਾਇਆ। ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਇਸ ਪਾਸੇ ਨੂੰ ਲਾਇਆ ਸੀ। ਅਤੇ ਜੰਪ ਇੱਕ ਬਹੁਤ ਟੌਪ ਦੇ ਖਿਲਾੜੀ ਸੀ। ਮੇਰੇ ਖਿਆਲ ਸਾਡੇ ਵਿੱਚੋਂ ਬਹੁਤ ਜਿਹੜੇ ਮੈਂ ਉਹਨਾਂ ਨੂੰ ਜਿੰਨਾ ਮਿਲਿਆ, ਪਰ ਉਹਨਾਂ ਨੂੰ ਖੇਡਦੇ ਨਹੀਂ ਮੈਂ ਦੇਖਿਆ, ਪਰ ਕਹਿੰਦੇ ਆ ਕਿ ਉਹ ਐਡੇ ਵੱਡੇ ਜੰਪ ਜਿਹੜਾ ਉਹਨੂੰ ਨਾਮ ਮਿਲਿਆ, ਉਹ ਜਦੋਂ ਕਬੱਡੀ ਪਾਉਣ ਜਾਂਦੇ ਸੀ ਦੂਜੇ ਦੇ ਅਖਾੜੇ 'ਚ, ਤਾਂ ਉਹ ਬੰਦੇ ਦੇ ਉੱਤੋਂ ਦੀ ਛਾਲ ਮਾਰ ਕੇ ਸਿਰ ਦੇ ਉੱਤੇ ਜੀ ਉਹਦੇ ਪਿੱਛੇ ਖੜ੍ਹ ਜਾਂਦੇ ਸੀ ਅਤੇ ਫੜ ਲੈਂਦੇ ਸੀਗੇ। ਇਸ ਤਰ੍ਹਾਂ ਦੀ ਉਸ ਟਾਈਮ ਦੀ ਮੁਹਾਰਤ ਸੀ। ਅਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ। ਅਤੇ ਹਾਂਜੀ, ਜਿਵੇਂ ਤੁਹਾਨੂੰ ਪਤਾ ਕਿ ਅਸੀਂ
ਪੰਜਾਬ ਟੂਰ ਲਿਮਟਿਡ ਕੰਪਨੀ ਜਿਹੜੀ ਟੂਰ ਲੈ ਕੇ ਜਾਂਦੀ ਹਾਂਜੀ ਹਾਂਜੀ ਤੁਸੀਂ ਵੀ ਸਾਡੇ ਨਾਲ ਮੈਂ ਸਵਿਟਜ਼ਰਲੈਂਡ ਤੁਹਾਡੇ ਨਾਲ ਗਿਆ ਹਾਂਜੀ ਹੋਰ ਵੀ ਕਈ ਜਗ੍ਹਾ ਤੇ ਗਏ ਆ ਹਾਂਜੀ ਇਹ ਜੰਪ ਵੀ ਸਾਡੇ ਨਾਲ ਬਹੁਤ ਸਾਰੀਆਂ ਜਗ੍ਹਾ ਤੇ ਜਾਏ ਔਰ ਇਹਨਾਂ ਨਾਲ ਕਾਫੀ ਪੁਰਾਣੇ ਜਾਣਦੇ ਤੁਸੀਂ ਉਹਨਾਂ ਨੂੰ ਜੀ ਕਾਫੀ ਸਮਾਂ ਇਹਨਾਂ ਨਾਲ ਬਲਵਿੰਦਰ ਜੀ ਇਹਨਾਂ ਦੇ ਬ੍ਰਦਰ ਅੱਛਾ ਜੀ ਹਾਂਜੀ ਸੋ ਇਹਨਾਂ ਦਾ ਛੋਟਾ ਬ੍ਰਦਰ ਔਰ ਸਾਡੇ ਨਾਲ ਕਈ ਜਗ੍ਹਾ ਗਏ ਔਰ ਮੇਰੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਨਿੱਘੀ ਸ਼ਰਧਾਂਜਲੀ ਗੱਲ ਜੀ ਤੁਸੀਂ ਕੁਝ ਕਹਿ ਰਹੇ ਸੀ ਹਾਂਜੀ ਮਤਲਬ ਕਿ ਇੱਕ ਉਹ ਬਹੁਤ ਵਧੀਆ ਇਨਸਾਨ ਸੀ ਜਿਨ੍ਹਾਂ ਨੇ ਆਪਣੇ ਕਾਫੀ ਲੋਕਾਂ ਵਿੱਚ ਕੰਮ ਕੀਤਾ ਤੇ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਗੱਲ ਮਹਾਤਮਾ ਜੋਤੀਬਾ ਫੂਲੇ ਦੀ ਸ਼ੁਰੂ ਹੋਈ ਆ ਹਾਂਜੀ ਭਾਵੇਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਕਿਹਾ ਸੀ ਕਿ ਅਗਰ ਅਸੀਂ ਕਿਸੇ ਨੂੰ ਕਿਸੇ ਤਰੀਕੇ ਪਛਾੜਨ ਦੀ ਟਰਾਈ ਕਰਦੇ ਹਾਂ ਬਹੁਤੀ ਵਾਰ ਅਸੀਂ ਕਿਸੇ ਅਖਬਾਰ 'ਚ ਛੋਟੀ ਕਰ ਲਈਏ ਫੋਟੋ ਵੱਡੀ ਕਰ ਲਈਏ ਫੋਟੋ ਇਹਨਾਂ ਗੱਲਾਂ ਨਾਲ ਫਰਕ ਨਹੀਂ ਪੈਂਦਾ ਬਿਲਕੁਲ ਜਿਹਦੇ ਅੰਦਰ ਕੁਛ ਹੁੰਦਾ ਉਹਨਾਂ ਨੂੰ ਦਰੜ ਕੇ ਲੱਗ ਜਾਣਾ ਹੁੰਦਾ ਅੱਗੇ ਹੁਣ ਗੱਲ ਡਾਕਟਰ ਅੰਬੇਡਕਰ ਦੀ ਸ਼ੁਰੂ ਕਰੀਏ ਕਿ ਬਹੁਤੇ ਲੋਕ ਉਹਨਾਂ ਦੀ ਗੱਲਬਾਤ ਤੋਂ ਇੱਥੇ ਹੀ ਸਾਡੇ ਆਪਣੇ ਲੋਕ ਗੁਰੂ ਘਰਾਂ ਦੇ ਵਿੱਚ ਉਹਨਾਂ ਦੀ ਫੋਟੋ ਲਾ ਦਿੰਦੇ ਆ ਨਹੀਂ ਜੀ ਲੰਗਰ ਹਾਲ 'ਚ ਲਾਉਣੀ ਆ ਕਦੀ ਲੰਗਰ ਹਾਲ 'ਚੋਂ ਲਾ ਕੇ ਆਫਿਸ 'ਚ ਲਾ ਲੈਂਦੇ ਨਹੀਂ ਜੀ ਆਫਿਸ ਦੇ ਵਿੱਚ ਲਾਉਣੀ ਆ ਮੈਂ ਉਹਨਾਂ ਦੀ ਛੋਟੀ ਸੋਚ ਨੂੰ ਹਮੇਸ਼ਾ ਭਾਫਦਾ ਰਹਿੰਦਾ ਵੀ ਭਾਈ ਜੇ ਤੁਸੀਂ ਡਾਕਟਰ ਅੰਬੇਡਕਰ ਦੀ ਫੋਟੋ ਲੰਗਰ ਹਾਲ 'ਚ ਲਾਉਣੀ ਆ ਜੇ ਤੁਸੀਂ ਸਮਝਦੇ ਵੀ ਹੋਰ ਜਗ੍ਹਾ ਤੋਂ ਲਾ ਕੇ ਇੱਥੇ ਛੋਟੀ ਹੋ ਜਾਣੀ ਫਿਰ ਇੱਧਰ ਲਾਵਾਂਗੇ ਨਹੀਂ ਹਾਲ 'ਚ ਪਰ ਜਿਹੜਾ ਲੰਡਨ ਵਰਗਾ ਦੇਸ਼ ਆ ਉਹਨਾਂ ਨੇ ਡਾਕਟਰ ਅੰਬੇਡਕਰ ਦਾ ਬੁੱਤ ਲਾਇਆ ਉਹਦੇ ਬਾਰੇ ਜਿਹੜਾ ਜਾਣਕਾਰੀ ਦਿਓ ਜੀ ਹਾਂਜੀ ਤੁਸੀਂ ਬਿਲਕੁਲ ਗੱਲ ਮੈਂ ਕਰਨੀ ਚਾਹੁੰਦਾ ਸੀਗਾ ਕਿ ਲੰਡਨ ਦੇ ਵਿੱਚ ਅਸਲ ਦੇ ਇੱਕ ਗ੍ਰੇਜ਼ ਇਨ ਯੂਨੀਵਰਸਿਟੀ ਆ ਜੀ ਉਹ ਲੰਡਨ ਦੀ ਕੀ ਦੁਨੀਆ ਦੀ ਮਸ਼ਹੂਰ ਯੂਨੀਵਰਸਿਟੀ ਆ ਅਤੇ ਉੱਥੋਂ ਪੜ੍ਹ ਕੇ ਉਹ ਬੈਰਿਸਟਰ ਦਾ ਜਿਹੜਾ ਲੋਕ ਬੈਰਿਸਟਰ ਬਣਦੇ ਇੰਗਲੈਂਡ ਦੇ ਵਿੱਚ ਉੱਥੋਂ ਉਹ ਪੜ੍ਹ ਕੇ ਨਿਕਲਦੇ ਨੇ ਅਤੇ ਡਾਕਟਰ ਅੰਬੇਦਕਰ ਜੀ ਵੀ ਉੱਥੇ ਪੜ੍ਹੇ ਸੀ ਅਤੇ ਜਿਹੜਾ ਭਾਰਤ ਦਾ ਕੌਨਸਟੀਟਿਊਸ਼ਨ ਲਿਖਣ ਦਾ ਜਿਹੜਾ ਉਹਨਾਂ ਨੂੰ ਮੌਕਾ ਮਿਲਿਆ ਉਹ ਉੱਥੇ ਕਾਫੀ ਮਿਲਿਆ ਉਹਨਾਂ ਨੇ ਉਸ ਵਕਤ ਉਹਨਾਂ ਨੂੰ ਮੌਕਾ ਮਿਲਿਆ ਅਤੇ ਉਹਨਾਂ ਨੇ ਵਿਚਾਰ ਉਸ ਟਾਈਮ ਦੇ ਵਿੱਚ ਉਹਦੇ ਕਾਫੀ ਉਹਨਾਂ ਨੇ ਲਿਖਿਆ ਅਤੇ ਪਿਛਲੀ ਦਿਨੀ ਆਪਣੇ ਬਹੁਤੇ ਵੀਰਾਂ ਨੂੰ ਪਤਾ ਨਹੀਂ ਹੈ ਇਹ ਗੱਲ ਦਾ ਕਿ ਡਾਕਟਰ ਸਾਹਿਬ ਦਾ ਪੋਰਟਰੇਟ ਉਹਨਾਂ ਦੀ ਤਸਵੀਰ ਉੱਥੇ ਯੂਨੀਵਰਸਿਟੀ ਦੇ ਵਿੱਚ ਲਾਈ ਗਈ ਆ ਅਤੇ ਇੱਕ ਕਮਰਾ ਇੱਕ ਰੂਮ ਜਿਹਦਾ ਨਾਂ ਡਾਕਟਰ ਅੰਬੇਦਕਰ ਰੱਖਿਆ ਗਿਆ ਇੱਕ ਬਹੁਤ ਹੀ ਵੱਡੀ ਸਾਡੇ ਲੋਕਾਂ ਲਈ ਜਿਹੜੇ ਖਾਸ ਕਰਕੇ ਗਰੀਬ ਲੋਕ ਨੇ ਉਹਨਾਂ ਦਾ ਮਸੀਹਾ ਉਹਦੀ ਉੱਥੇ ਫੋਟੋ ਲੱਗਦੀ ਆ ਬਹੁਤ ਵੱਡੀ ਗੱਲ ਹੈਗੀ ਆ ਅਤੇ ਉਹ ਜਿਹੜੀ ਬਹੁਤੇ ਲੋਕਾਂ ਨੂੰ ਜਿੱਦਾਂ ਤੁਸੀਂ ਗੱਲ ਕੀਤੀ ਹੈ ਆਪਣੇ ਚਾਲ ਜੀ ਬਈ ਅਸਲ 'ਚ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰ ਗੱਲਾਂ ਦਾ ਸਾਨੂੰ ਵੀ ਨਹੀਂ ਸੀ ਪਤਾ ਕਿ ਡਾਕਟਰ ਸਾਹਿਬ ਦੀ ਅਹਿਮੀਅਤ ਉਹਨਾਂ ਦੀ ਜਿਹੜੀ ਫਲਾਸ ਉਹ ਪੜ੍ਹੇ ਲਿਖੇ 2 PhDਆਂ ਮੈਂ ਸੁਣਿਆ ਉਹਨਾਂ ਨੇ ਕੀਤੀਆਂ ਸੀ ਅਤੇ ਮਤਲਬ ਕਹਿੰਦੇ ਇੱਕ ਆਮ ਆਦਮੀ ਮੇਰੇ ਵਰਗੇ ਉਹ 10ਵੀਂ ਨਹੀਂ ਲੰਘਦੇ ਹੈਗੇ ਅਤੇ PhD ਇੱਕ ਬਹੁਤ ਵੱਡਾ ਹੈਗਾ ਆ ਜਿਹੜਾ ਡਾਕਟਰ ਦਾ ਜਿਹੜਾ ਡਾਕਟਰੇਟ ਦਾ ਜਿਹੜਾ ਅਹੁਦਾ ਆ ਜਿਹੜਾ ਇਹਨਾਂ ਕੋਲ ਹੈਗਾ ਇੱਕ ਡਾਕਟਰ ਮੈਡੀਸਨ ਦੇ ਨੇ ਉਹ ਥੋੜ੍ਹਾ ਜਿਹਾ ਡਿਫਰੈਂਟ ਹੈ ਅਤੇ ਇਹ ਡਾਕਟਰ ਦੋਵਾਂ ਨੂੰ ਲੱਗਦਾ ਪਰ ਇਹ ਜਿਹੜੀ ਅਸਲੀ ਡਾਕਟਰੇਟ ਹੈਗੀ ਆ ਜਿਹੜੀ ਅਸਲੀ ਉਹ ਡਾਕਟਰ ਇਹ ਸੀਗੀ ਅਤੇ ਉਹਨਾਂ ਨੇ ਉਹ ਜਿਹੜਾ ਇੱਥੇ ਦੀ ਇੱਕ ਆਪਣੇ ਔਰਗੇਨਾਈਜੇਸ਼ਨ ਹੈਗੀ ਆ ਫੈਡਰੇਸ਼ਨ ਆਫ ਅੰਬੇਦਕਰਾਈਟ ਐਂਡ ਬੁੱਧਿਸਟ ਔਰਗੇਨਾਈਜੇਸ਼ਨ ਦੀ ਜਿਹੜੀ ਉਹ ਹੈਗੀ ਆ ਉਹਨਾਂ ਦੇ ਜਿਹੜੇ ਕਰਤਾ ਧਰਤਾ ਭੈਣ ਜੀ ਸੰਤੋਖ ਜੀ ਨੇ ਪ੍ਰੈਜ਼ੀਡੈਂਟ ਨੇ ਅਤੇ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਅਸਲ 'ਚ ਯੂਨੀਵਰਸਿਟੀ ਦੇ ਨਾਲ ਗੱਲ ਕਰਕੇ ਉਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਉਹਨਾਂ ਦਾ ਇਹ ਜਿਹੜਾ ਆਪਣਾ ਐਡਾ ਰੁਤਬਾ ਉੱਚਾ ਕੀਤਾ ਜਿਹੜੇ ਉਹਨਾਂ ਨੂੰ ਥਾਂ ਦਵਾਈ ਆ ਜਿਹੜੀ ਉਹਨਾਂ ਦੀ ਥਾਂ ਬਣਦੀ ਸੀਗੀ ਆਪਣੇ ਚਾਲ ਸਾਹਿਬ ਮੈਂ ਗੁਸਤਾਖੀ ਲਈ ਮਾਫੀ ਚਾਹਾਂਗਾ ਕਿ ਜੇ ਕਿਸੇ ਨੂੰ ਹਰਟ ਹੋਵੇ ਕਿ ਬਹੁਤ ਸਾਰੀ ਵਾਰ ਗੱਲਾਂ ਸਾਡੇ ਲੋਕਾਂ ਦੇ ਵਿੱਚ ਇਹ ਆਉਂਦੀ ਰਹਿੰਦੀਆਂ ਕਿ ਜੀ ਨਾਸਾ ਦੇ 7ਵੇਂ ਫਲੋਰ ਦੇ ਉੱਤੇ ਸਾਡੇ ਆਹ ਹੋਇਆ ਸਾਡਾ ਬੰਦਿਆਂ ਦਾ ਸਾਡੇ ਬੰਦੇ ਦੀ ਫੋਟੋ ਲੱਗੀ ਹੈ ਸਾਡੇ ਤੋਂ ਪੁੱਛ ਕੇ ਕਰਦੇ ਨੇ ਸਾਡੇ ਸਿਧਾਂਤਾਂ 'ਤੇ ਚੱਲਦੇ ਨੇ ਅਤੇ ਜਦੋਂ ਉਸ ਗੱਲ ਦੀ ਇਨਕੁਆਇਰੀ ਕੀਤੀ ਗਈ ਕਿ ਨਾਸਾ ਵਾਲਿਆਂ ਨੂੰ ਭਾਈ ਕੀ ਇਹ ਜਿਹੜੀਆਂ ਗੱਲਾਂ ਕਰਦੇ ਨੇ ਲੋਕ ਕਈ ਵੀ ਇਹ ਗੱਲਾਂ ਸੱਚੀਆਂ ਨੇ ਅਤੇ ਇਨਕੁਆਇਰੀ ਦੇ ਵਿੱਚ ਪਤਾ ਲੱਗਿਆ ਸੱਚ ਦੇ ਵਿੱਚ ਉਹ ਗੱਲਾਂ ਝੂਠੀਆਂ ਸੀ ਅਤੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਭਾਰਤੀ ਮੂਲ ਦਾ ਸਾਡਾ ਲੀਡਰ ਸਾਡਾ ਰਹਿਨੁਮਾ ਜਿਸ ਦੀ ਐਡੀ ਵੱਡੀ ਅਹਿਮੀਅਤ ਹੈ ਕਿ ਉਸ ਨੂੰ ਉੱਥੇ ਫੋਟੋ ਉਹਨਾਂ ਦੀ ਤਸਵੀਰ ਲਗਾਈ ਜਾਂਦੀ ਹੈ ਅਤੇ ਉਹਨਾਂ ਦੇ ਨਾਂ 'ਤੇ ਕਮਰਾ ਰੱਖਿਆ ਜਾਂਦਾ ਇਹ ਸਾਡੇ ਲਈ ਸਾਰਿਆਂ ਲਈ ਮਾਣ ਦੀ ਗੱਲ ਹੈ ਅਤੇ ਜਿਹੜੀ ਟੀਮ ਹੈ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਸਾਰੇ ਵਧਾਈ ਦੇ ਪਾਤਰ ਨੇ ਅਤੇ ਸਾਡੇ ਆਪਣੇ ਕਾਂਸ਼ੀ TV ਵੱਲੋਂ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਅਤੇ ਕਾਂਸ਼ੀ ਟੀਮ ਨੂੰ ਵੀ ਵਿੱਚੋਂ ਇਨਵੋਲਵ ਕਾਂਸ਼ੀ TV ਵੀ ਇਨਵੋਲਵ ਨੇ ਅਤੇ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਅਤੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਕਿ ਜੋ ਉਹਨਾਂ ਨੇ ਐਡੀ ਵੱਡੀ ਗੱਲ ਕੀਤੀ ਆ ਜੀ ਬਿਲਕੁਲ ਅਤੇ ਹਾਂਜੀ
ਤੁਹਾਡੀ ਗੱਲ ਤੇ ਕੱਲ ਨੂੰ ਮੈਂ ਮਾਫ ਕਰਨਾ ਚੱਲ ਜੀ ਜੀ ਅੱਜ ਵੀ ਪ੍ਰੋਗਰਾਮ ਆਇਆ ਸੀ ਉਸ ਦੇ ਬਾਰੇ, ਉਦਘਾਟਨ ਬਾਰੇ, ਤੇ ਕੱਲ ਨੂੰ 4 ਵਜੇ ਕਾਂਸੀ ਟੀਵੀ ਤੋਂ ਕੱਲ ਨੂੰ 4 ਵਜੇ ਫਰਾਈਡੇ ਸ਼ੁੱਕਰਵਾਰ ਨੂੰ 4 ਵਜੇ ਪ੍ਰੋਗਰਾਮ ਆਊਗਾ, ਉਹ ਜ਼ਰੂਰ ਦੇਖਿਓ। ਤੁਹਾਨੂੰ ਦੇਖ ਕੇ ਹੋਰ ਗਿਆਨ 'ਚ ਵਾਧਾ ਹੋਊਗਾ जी। बहुत मेहरबानी जी। झूम के जब रिंदों ने पिला दी, आहा अच्छा, झूम के जब रिंदों ने पिला दी तो शेख ने चुपके दबा दी, एक कमी थी ताज महल में ओह हमने तेरी तस्वीर लगा दी। और क्या यूनिवर्सिटी ਦੇ ਵਿੱਚ ਜੀ ਕੋਈ ਕਮੀ ਸੀ, ਹਾਂ ਉਸ ਉਹ ਬਾਬਾ ਸਾਹਿਬ ਦੀ ਤਸਵੀਰ ਦੀ ਸੀ, ਉੱਥੇ ਤਸਵੀਰ ਵੀ ਲਾ ਦਿੱਤੀ ਹੈ ਔਰ ਹਾਲ ਦਾ ਨਾਮ ਵੀ ਰੱਖ ਦਿੱਤਾ, ਕਮਰੇ ਦਾ ਨਾਮ ਵੀ ਰੱਖ ਦਿੱਤਾ ਆ। ਇਹ ਇੱਕ ਬਹੁਤ ਵੱਡੀ ਆਪੋ ਆਪ ਕੀਤੀ ਜਾਂਦੀ ਪ੍ਰਾਪਤੀ ਆ। ਸਾਡੇ ਟੀਚਰ ਦੱਸਦੇ ਹੁੰਦੇ ਸੀ ਵੀ ਜਿਹੜੀਆਂ ਬੁੱਕਾਂ ਨਾ ਲਾਇਬ੍ਰੇਰੀ 'ਚ ਪਈਆਂ ਉਹ ਤਰੱਕੀ ਕਰਦੀਆਂ। ਅਸੀਂ ਸੋਚਦੇ ਹੁੰਦੇ ਵੀ ਉਹ ਆਪਣੇ ਆਪ 'ਚ ਕਿਵੇਂ ਤਰੱਕੀ ਕਰਦੀਆਂ, ਉਹ ਤਾਂ ਪਈਆਂ ਸਹੀ, ਆਮ ਆਦਮੀ ਦਾ ਹੀ ਸੋਚੇਗਾ। ਉਹ ਜਦੋਂ ਉਹਨਾਂ ਨੂੰ ਪੜ੍ਹੋਗੇ ਨਾ ਤੁਹਾਨੂੰ ਬੀਤੇ ਹੋਏ ਸਮੇਂ ਦਾ ਇਤਿਹਾਸ ਪਤਾ ਚੱਲਦਾ, ਉਸ ਵੇਲੇ ਆਹ ਕਹਾਣੀ ਸੀ, ਆਹ ਕਹਾਣੀ ਸੀ। ਤੁਸੀਂ ਸ਼ਾਇਦ ਪਹਿਲੇ ਪੈਰ ਜੇ ਤੁਸੀਂ ਦੇਖੋ ਕਿ ਚਮਕੀ ਅੱਜ ਤੋਂ 25 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਚਮਕੀਲਾ ਮਸ਼ਹੂਰ ਹੁੰਦਾ ਸੀ ਜਾਂ ਸਿੰਗਰ ਸੀਗੇ। ਹਾਂਜੀ, ਉਹਨਾਂ ਰਿਸ਼ਤਿਆਂ 'ਚ ਕਿਹੜੀ ਗੱਲ ਹੁੰਦੀ ਸੀ ਵੀ ਜ਼ਿਆਦਾ ਭਰਜਾਈ ਨੂੰ ਭਾਬੀ ਦੇ ਗੀਤ ਹੁੰਦੇ ਸੀ, ਮੇਰਾ ਵਿਆਹ ਕਰਵਾ ਦੇ, ਜਾਂ ਭਾਬੀ ਨੇ ਉਹ ਇੱਕੋ ਹੀ ਵਿਆਹ ਕਰ ਲੈਣਾ, ਉਹ ਐਡਜਸਟਮੈਂਟ ਕਰ ਲੈਣੀ ਵੀ ਚਲੋ ਜ਼ਮੀਨ ਨਾ ਹੋ ਵੰਡ ਹੋ ਜਾਏ। ਇਹ ਉਸ ਵੇਲੇ ਦਾ ਇਤਿਹਾਸ ਸੀ। ਫਿਰ ਹੌਲੀ ਹੌਲੀ ਗਾਣੇ ਬਦਲਦੇ ਅੱਜ ਦਾ ਗਾਣਾ ਜਿਹੜਾ ਇਤਿਹਾਸ ਜਿਹੜਾ ਦੱਸ ਰਿਹਾ। ਸੋ ਮੈਂ ਸਮਝਦਾ ਕਿ ਜਿਹੜੀਆਂ ਕਿਤਾਬਾਂ ਆਪਣੇ ਆਪ ਤਰੱਕੀ ਕਰਦੀਆਂ, ਅਤੇ ਉਸੇ ਤਰ੍ਹਾਂ ਜਿਹੜੇ ਮਹਾਂਪੁਰਸ਼ਾਂ ਦੇ ਕੀਤੇ ਹੋਏ ਕੰਮ ਆ ਉਹਨਾਂ ਨੂੰ ਜਿੰਨਾ ਮਰਜ਼ੀ ਰੋਕਿਆ ਜਾਏ, ਜੋ ਮਰਜ਼ੀ ਕਰ ਲਓ, ਉਹਨਾਂ ਨੇ ਆਪਣੇ ਆਪ ਤਰੱਕੀ ਕਰਨੀ ਆ। ਤਸਵੀਰਾਂ ਨੇ ਆਪ ਬੋਲਣਾ, ਬੁੱਤਾਂ ਨੇ ਆਪੇ ਬੋਲਣਾ, ਸਿਤਾਰਿਆਂ ਨੇ ਚਮਕਣਾ ਆ, ਸਿਤਾਰਿਆਂ ਨੇ ਚਮਕਣਾ ਹੀ ਚਮਕਣਾ ਆ। ਤੁਸੀਂ ਗੁਰੂ ਘਰਾਂ 'ਚ ਫੋਟੋ ਲਾ ਲਓ ਨਾ ਲਾ ਲਓ, ਇਹ ਤੁਹਾਡਾ ਆਪਣਾ ਅੰਦਰ ਜਿਹੜਾ ਤੁਹਾਡੇ ਅੰਦਰਲੀ ਜਿਹੜੀ ਜ਼ਹਿਰ ਆ, ਤੁਹਾਡਾ ਅੰਦਰਲਾ ਜਿਹੜਾ ਪਾਗਲਪਨ ਆ, ਦਿਵਾਲੀਆਪਨ ਆ, ਉਹ ਲੋਕਾਂ ਨੂੰ ਨਜ਼ਰ ਆਉਂਦਾ ਆ। ਤੁਸੀਂ ਲੜਦੇ ਨੇ ਆਪਸ ਵਿੱਚ ਬਾਬਾ ਸਾਹਿਬ ਦੀ ਫੋਟੋ ਨੂੰ ਲੈ ਕੇ, ਅਤੇ ਜਿਹੜੀ ਯੂਨੀਵਰਸਿਟੀਆਂ ਉਹ ਫੋਟੋਆਂ ਲਾ ਰਹੀਆਂ ਨੇ, ਅਤੇ ਮੈਂ ਕਹੂੰਗਾ ਕਿ ਤੁਹਾਨੂੰ ਥੋੜ੍ਹੀ ਬਹੁਤੀ ਸ਼ਰਮ ਕਰਨੀ ਚਾਹੀਦੀ ਆ। ਸੋ ਚੱਲਦੇ ਹਾਂ ਇੱਕ ਪਿੰਡ ਵੱਲ, ਜਿੱਥੇ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਕਿ ਬਾਈਕਾਟ ਕੀਤਾ ਗਿਆ ਮੂੰਹ ਖੁਰ ਦੀ ਬਿਮਾਰੀ ਨੂੰ ਲੈ ਕੇ। ਉਹਦੇ ਕੋਲ ਤੁਹਾਡੇ ਕੋਲ ਤਾਜ਼ਾ ਖਬਰ ਕੀ ਹੈ ਜੀ? ਇਹ ਆਪਣੇ ਚਾਲ ਸਾਹਿਬ ਗੱਲ ਆ ਵੀ ਪਿਛਲੇ ਵਾਰੀ ਕੁਲਵੰਤ ਜੀ ਨੇ ਇਹ ਗੱਲ ਸਾਂਝੀ ਕੀਤੀ ਸੀ ਕਿ ਇੱਕ ਸ਼ਾਇਦ ਤਲਵੰਡੀ ਸਾਬੋ ਆਪਣਾ ਪੰਜਾਬ ਦਾ ਪਿੰਡ ਹੈਗਾ, ਉਸ ਪਿੰਡ ਦੇ ਵਿੱਚ ਜਿਹੜੀ ਆਪਾਂ ਲਾਸਟ ਪਿਛਲੇ ਵੀਕ ਕਿ ਜੇ ਸੌਣ ਭਾਦੋਂ ਦਾ ਜਦੋਂ ਅੱਜ ਗਿਲਗਲੇ ਦਾ ਹੁੰਦਾ ਤਾਂ ਡੰਗਰਾਂ ਦੇ ਪੈਰਾਂ ਦੇ ਵਿੱਚ ਖੁਰਾਂ ਦੀ ਬਿਮਾਰੀ ਅਤੇ ਮੂੰਹ ਦੀ ਬਿਮਾਰੀ, ਖੁਰ ਮੂੰਹ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਨਾਲ ਉਹ ਕਈ ਵਾਰ ਡੰਗਰ ਕਾਫੀ ਕਮਜ਼ੋਰ ਹੋ ਜਾਂਦਾ। ਪਰ ਜਿਹੜੀ ਗੱਲ ਇਹ ਹੈ ਕਿ ਉਸ ਟਾਈਮ ਸਾਡੇ ਜ਼ਮਾਨੇ ਦੇ ਵਿੱਚ ਜਦੋਂ ਮੈਂ ਉੱਥੇ ਇੰਡੀਆ ਸੀ, ਉਦੋਂ ਇੱਕ ਲਾਲ ਦਵਾਈ ਕਹਿੰਦੇ ਸੀ, ਮੈਂ ਪਿਛਲੇ ਹਫ਼ਤੇ ਲਾਲ ਦਵਾਈ ਪਾਉਂਦੇ ਸੀ ਅਤੇ ਉਹਦੇ ਨਾਲ ਕਾਫੀ ਠੀਕ ਹੋ ਜਾਂਦਾ ਸੀ। ਪਰ ਜਿਹੜੀ ਨਵੀਂ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਡਾਕਟਰ ਹੈ, ਸਾਇੰਟਿਸਟ ਨੇ, ਉਹ ਵਾਇਰਸ ਹੈ ਜੀ, ਜਿਹੜਾ ਵਾਇਰਸ ਜਿਵੇਂ ਕਿ ਆਪਣਾ ਹੁਣ ਕਰੋਨਾ ਚੱਲਿਆ ਵਾਇਰਸ, ਅਤੇ ਕਈ ਲੋਕਾਂ ਨੂੰ ਇੰਜੈਕਸ਼ਨ ਤੋਂ ਬਗੈਰ ਵੀ ਠੀਕ ਹੋ ਰਹੇ ਨੇ ਜਾਂ ਆਪਣੇ ਆਪ ਠੀਕ ਹੋਣ ਦਾ ਇਹਦੇ ਬਾਰੇ ਵਿਚਾਰ। ਅਤੇ ਉਹ ਵਾਇਰਸ ਹੈ, ਉਹਨੇ 5-6 ਦਿਨ ਰਹਿ ਕੇ ਆਪਣੇ ਆਪ ਠੀਕ ਹੋਣਾ ਹੁੰਦਾ। ਪਰ ਜਿਹੜੇ ਸਾਡੇ ਲੋਟੂ ਲੋਕ ਨੇ, ਉਹ ਲੋਕ ਉਸ ਦਾ ਪੂਰਾ ਫਾਇਦਾ ਲੈਂਦੇ ਨੇ ਕਿ ਲੋਕ ਹੁਣ ਅੜਿੱਕੇ 'ਚ ਆਏ ਨੇ ਅਤੇ ਹੁਣ ਧਨ ਇਕੱਠਾ ਕਰ ਲਓ, ਅਨਾਜ ਇਕੱਠਾ ਕਰ ਲਓ। ਇਹ ਪੁਰਾਣੇ ਜ਼ਮਾਨੇ ਤੋਂ ਚੱਲਦਾ ਆ ਰਿਹਾ। ਬਿਲਕੁਲ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਬਿਮਾਰੀ ਉੱਥੇ ਫੈਲੀ, ਅਤੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਪੀਕਰ ਦੇ ਵਿੱਚ ਅਨਾਉਂਸ ਕੀਤਾ ਗਿਆ ਕਿ ਅਸੀਂ ਫਲਾਣਾ ਬਾਬਾ ਆਇਆ ਸੀ, ਉਸ ਬਾਬੇ ਨੇ ਕਾਰ ਕੀਤੀ ਆ, ਅਤੇ ਕੱਲ੍ਹ ਨੂੰ ਅਸੀਂ ਸ਼ਾਮ ਨੂੰ 9 ਵਜੇ ਤੋਂ ਬਾਅਦ ਕਿਸੇ ਨੇ ਬੱਤੀ ਨਹੀਂ ਜਗਾਉਣੀ, ਕਿਸੇ ਨੇ ਪਿੰਡ ਦੇ ਅੰਦਰੋਂ ਨਹੀਂ ਜਾਣਾ, ਬਾਹਰ ਨਹੀਂ ਜਾਣਾ, ਅਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਅਤੇ ਉਹ ਜਿਹੜੀ ਉਸ ਨੇ ਲੋਕਾਂ ਨੂੰ ਅੰਧ ਵਿਸ਼ਵਾਸ ਪਾ ਕੇ ਵੀ ਕਾਰ ਕੀਤੀ ਆ, ਮੇਰਾ ਕੀਤਾ ਕੰਮ ਇਹ ਹੁਣ ਤੁਹਾਡੇ ਬਿਮਾਰੀ ਨੂੰ ਹਟਾ ਦੂਗਾ। ਅਤੇ ਪਿੰਡ ਵਾਲਿਆਂ ਨੇ ਉਸ ਦੇ ਮਗਰ ਲੱਗ ਕੇ ਉਸ ਨੂੰ ਫੋਲੋ ਕੀਤਾ। ਅਤੇ ਹਾਂਜੀ ਜੀ, ਇੱਕ ਲਾਈਵ ਕਾਲ ਲੈ ਲਈਏ ਭਗਵੰਤ ਜੀ। ਹਾਂਜੀ ਜ਼ਰੂਰ ਜੀ। ਜੈ ਗੁਰਦੇਵ, ਜੈ ਭੀਮ ਜੀ। ਹਾਂਜੀ ਜੈ ਭੀਮ ਜੀ ਤੇ ਜੈ ਗੁਰਦੇਵ। ਮੈਂ ਜੱਸਲ ਬੋਲਦਾ ਗਲਾਸਗੋ ਤੋਂ ਜੀ। ਜੱਸਲ ਸਾਹਿਬ, ਮੈਂ ਸਿਰਫ ਕੁਛ ਐਡ ਕਰਨੀ ਚਾਹੁੰਦਾ, ਜਿਹੜਾ ਬਾਬਾ ਸਾਹਿਬ ਦਾ ਜਿੱਥੇ ਪੋਰਟਰੇਟ ਤੇ ਕਮਰਾ ਡੋਨੇਟ ਕੀਤਾ ਉਹਨਾਂ ਨੇ ਯੂਨੀਵਰਸਿਟੀ ਨੇ ਜੀ, ਇੱਕ ਬਹੁਤ ਵੱਡੀ ਅੰਬੇਡਕਰੀ ਵਾਲੀ ਅਚੀਵਮੈਂਟ ਆ ਜੀ। ਫੈਡਰੇਸ਼ਨ ਨੇ ਆਰਗੇਨਾਈਜ਼ ਕੀਤਾ ਸੀਗਾ, ਬਹੁਤ ਕਈ ਸਾਲਾਂ ਤੋਂ ਲੱਗੇ ਸੀਗੇ ਜੀ। ਔਰ ਇਹ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਵਾ। ਭਾਰਤੀ ਜਿੰਨੇ ਵੀ ਇੱਥੇ ਆਏ ਆ,
ਕਿ ਇੱਕ ਕਮਰਾ ਡੋਨੇਟ ਕੀਤਾ ਔਰ ਜਿੱਥੇ ਉਹ ਪੋਰਟਰੇਟ ਲੱਗਾ, ਹੋਰ ਜਿਹੜੇ ਉੱਥੇ ਲੱਗੇ ਆ ਜੀ, ਉਹਨਾਂ ਦੇ ਬਰਾਬਰ ਪੋਰਟਰੇਟ ਮੈਂ ਲੱਗਣਾ। ਤੁਹਾਡੇ ਤੋਂ ਪਹਿਲਾਂ ਮੈਂ ਸਟੂਡੀਓ 'ਚ ਥੋੜਾ ਜਿਹਾ ਦੱਸ ਦਵਾਂ ਵੀ ਥੋੜਾ ਜਿਹਾ ਜਾ ਕੇ ਪ੍ਰੋਗਰਾਮ ਦੇਖਿਆ ਕਰੋ, ਤੁਸੀਂ ਕਰ ਕੀ ਰਹੇ ਆ, ਥੋੜਾ ਜਿਹਾ ਧਿਆਨ ਵੀ ਰੱਖਿਆ ਕਰੋ ਜੀ। ਜੈ ਗੁਰਦੇਵ ਜੀ। ਹਾਂਜੀ, ਹਾਂਜੀ ਪੋਰਟਰੇਟ ਜਿਨ੍ਹਾਂ ਦੇ ਬਰਾਬਰ ਲੱਗਾ ਆ, ਹੋਰ ਉੱਥੇ ਲੱਗੇ ਆ, ਜੀ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਜੀ ਬਿਲਕੁਲ ਸਹੀ ਗੱਲ ਉਹਨਾਂ ਤੁਹਾਡੀ। ਨੇ ਦੁਨੀਆ ਨੂੰ ਕੁਝ ਦਿੱਤਾ ਆ, ਉੱਥੇ ਪੋਰਟਰੇਟ ਲੱਗਣਾ ਬਹੁਤ ਵੱਡੀ ਗੱਲ ਆ, ਛੋਟੀ ਗੱਲ ਨਹੀਂ ਹੈਗੀ ਆ। ਜੀ ਉਹਨਾਂ ਦੇ ਲੱਗੇ ਆ ਜਿਨ੍ਹਾਂ ਨੇ ਦੁਨੀਆ ਨੂੰ ਕੁਝ ਦਿੱਤਾ, ਬਿਲਕੁਲ ਜੀ, ਸਿਆਸੀ ਤੌਰ ਤੇ, ਸਮਾਜੀ ਤੌਰ ਤੇ, ਟੈਕਨੀਕਲੀ, ਹਰ ਪੱਖੋਂ, ਹਰ ਫੀਲਡ ਵਿੱਚ ਜੀ ਉਹਨਾਂ ਨੇ ਦਿੱਤਾ। ਕੋਈ ਬੰਦਾ ਹੋਊਗਾ ਜਿਹੜਾ ਕਿ ਉਹਨਾਂ ਦੇ ਬਰਾਬਰ ਹੋਊਗਾ। ਔਰ ਫਿਰ ਇਹੋ ਜਿਹੀ ਜਗ੍ਹਾ ਤੇ ਜੀ। ਉਹਨਾਂ ਨੇ ਪਿਕ ਜਿਹੜਾ ਬਾਬਾ ਸਾਹਿਬ ਨੂੰ ਕੀਤਾ, ਐਵੇਂ ਨਹੀਂ ਕੀਤਾ, ਉਹਨਾਂ ਨੇ ਸਟੱਡੀ ਕੀਤੀ ਆ, ਬਹੁਤ ਚਿਰ ਦੇ ਲੱਗੇ ਸੀਗੇ ਔਰ ਉਹਨਾਂ ਦੀ ਹਿਸਟਰੀ ਦੇਖੀ ਆ ਔਰ ਉਸ ਲੈਵਲ ਦਾ ਆ। ਜੀ ਉਹਨੇ ਪਿਕ ਕੀਤਾ ਕਿ ਡਾਕਟਰ ਭੀਮ ਰਾਓ, ਡਾਕਟਰ ਅੰਬੇਡਕਰ ਇਹਨਾਂ ਦੇ ਲੈਵਲ ਦਾ ਆ। ਔਰ ਇਹੋ ਜਿਹਾ ਲੈਵਲ ਤੇ ਬੰਦਿਆਂ ਦੇ ਬਰਾਬਰ ਪੋਰਟਰੇਟ ਲੱਗਣਾ, ਇਹ ਇੱਕ ਕਿਸਮ ਦੀ ਰਹਿੰਦੀ ਦੁਨੀਆ ਤੱਕ ਇੱਕ ਯਾਦਗਾਰੀ ਬਣ ਗਈ ਆ। ਜੀ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ, ਬਹੁਤ ਅੱਛੀ ਗੱਲ ਆ ਜਿਹੜਾ ਤੁਸੀਂ ਇਹ ਨਿਊਜ਼ ਦੱਸੀ ਆ। ਬਿਲਕੁਲ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਇਸ ਗੱਲ ਦੀ। ਥੈਂਕ ਯੂ ਤੁਹਾਡਾ ਵੈਰੀ ਵੈਰੀ ਮਚ। ਮਿਹਰਬਾਨੀ ਜੀ ਮੈਂ ਤੁਹਾਨੂੰ ਥੋੜਾ ਇੰਟਰਰਪਟ ਕੀਤਾ, ਗੱਲ ਚੱਲ ਰਹੀ ਸੀ। ਕੋਈ ਗੱਲ ਨਹੀਂ, ਹਾਂਜੀ ਨਹੀਂ ਕੋਈ ਮਿਹਰਬਾਨੀ, ਕੋਈ ਗੱਲ ਨਹੀਂ, ਗੱਲ ਲੈਣੀ ਬਣੀ ਕਾਲ ਤਾਂ। ਅਸਲ 'ਚ ਜਿਹੜੀ ਉਹ ਫਿਰ ਉਹ ਜਿਹੜੀ ਸੀਗੀ ਉਸ ਪਿੰਡ ਨੇ, ਉਸ ਇੱਕ ਪਰਿਵਾਰ ਸੀ ਜਿਹਨੇ ਇਹ ਗੱਲ ਦਾ ਕਹਿਤਾ ਵੀ ਮੈਂ ਨਹੀਂ ਇਸ ਤਰ੍ਹਾਂ ਕਰਨਾ, ਇਹ ਸਾਰਾ ਅੰਧ ਵਿਸ਼ਵਾਸ ਹੈ, ਤੁਸੀਂ ਕਿਉਂ ਇਹਨਾਂ ਸਾਧਾਂ ਦੇ ਇੱਦਾਂ ਦੇ ਲੋਕਾਂ ਦੇ ਮਗਰ ਤੁਰੇ ਫਿਰਦੇ ਹੋ, ਬੇਵਕੂਫਾਂ ਦੇ ਮਗਰ। ਤੇ ਸਾਰੇ ਪਿੰਡ ਨੇ ਸਪੀਕਰ ਦੇ ਉੱਤੇ ਆਪਣੇ ਗੁਰਦੁਆਰਾ ਸਾਹਿਬ ਦੇ ਉੱਤੇ ਉਸ ਘਰ ਦਾ ਬਾਈਕਾਟ ਕਰ ਦਿੱਤਾ ਸੀਗਾ, ਜਿਹੜਾ ਕਿ ਇੱਕ ਬਹੁਤ ਹੀ ਗਲਤ ਗੱਲ ਹੈ। ਕਾਨੂੰਨੀ ਤੌਰ ਤੇ ਵੀ ਇਹ ਗਲਤ ਹੈ, ਕੋਈ ਅੱਜ ਦੇ ਸੰਵਿਧਾਨ ਦੇ ਮੁਤਾਬਕ ਕੋਈ ਕਿਸੇ ਦਾ ਬਾਈਕਾਟ ਨਹੀਂ ਕਰ ਸਕਦਾ। ਤੇ ਇਹ ਜਿਹੜੀ ਗੱਲ ਜਦੋਂ ਦੂਸਰੇ ਤੀਸਰੇ ਦਿਨ ਗੱਲ ਸਾਫ਼ ਹੋਈ ਤਾਂ ਇਹ ਗੱਲ ਪਤਾ ਲੱਗੀ ਵੀ ਉਹ ਪਿੰਡ ਵਾਲੇ ਸਾਰੇ ਗਲਤ ਸੀ, ਉਹ ਘਰ ਦਾ ਜਿਹੜਾ ਉਹ ਟੱਬਰ ਸੀ ਉਹ ਠੀਕ ਸੀਗਾ। ਤੇ ਤੁਸੀਂ ਤੁਹਾਨੂੰ ਖੁਸ਼ੀ ਹੋਊਗੀ ਜਿਹੜੇ ਲੋਕ ਅਗਾਂਹ ਵਧੂ ਸੋਚਦੇ ਨੇ, ਤੇ ਸਾਰੇ ਪਿੰਡ ਨੇ ਉਸ ਅਗਾਂਹ ਵਧੂ ਘਰ ਤੋਂ ਮਾਫੀ ਮੰਗੀ ਆ। ਤੇ ਜਿਹੜੀ ਉਹ ਪਿੰਡ ਦੇ ਜਿਹੜਾ ਮੋਹਤਬਰ ਸਰਪੰਚ ਸੀ ਉਸਨੇ ਮਾਫੀ ਮੰਗੀ ਤੇ ਪਿੰਡ ਵਾਲਿਆਂ ਨੇ ਉਸ ਤੋਂ ਮਾਫੀ ਮੰਗੀ। ਜਿਹੜਾ ਸਾਡਾ ਕਹਿਣ ਦਾ ਮਤਲਬ ਜਿਹੜਾ ਮੇਰੇ ਦੋਸਤੋ, ਮੇਰੇ ਵੀਰੋ, ਉਹ ਇਹ ਆ ਕਿ ਅਸੀਂ ਇੰਨਾ ਅੱਜ ਦੇ ਸਮਾਜ ਦੇ ਵਿੱਚ ਜਦੋਂ ਸਾਡੇ ਪਾਸੇ ਹਰ ਪਾਸੇ ਰੋਸ਼ਨੀ ਹੈ, ਇੰਨਾ TV ਚੱਲਦੇ ਪਏ ਨੇ, ਮੋਬਾਈਲਸ ਦੇ ਉੱਤੇ ਸਾਰਾ ਕੁਝ, ਕਿਤਾਬਾਂ ਪੜ੍ਹਨ ਨੂੰ ਆਮ ਨੇ, ਉਸ ਦੇ ਬਾਵਜੂਦ ਵੀ ਅਸੀਂ ਕਿਉਂ ਇਸ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਦੇ ਵਿੱਚ ਫਸ ਜਾਂਦੇ ਹਾਂ। ਤੇ ਜਾਂ ਮੈਂ ਆਪਣੇ ਮਾਫ ਕਰਨਾ ਵੀ ਗੁਰੂ ਘਰ ਵਾਲਿਆਂ ਨੂੰ ਵੀ ਕਹਾਂਗਾ ਕਿ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਅਸੀਂ ਚੌਥੀ ਫੇਲ ਗਿਆਨੀ ਲਾ ਦਿੰਦੇ ਹਾਂ, ਸਰਪੰਚ ਬਣਾ ਦਿੰਦੇ ਹਾਂ, ਜਿਹਨਾਂ ਨੂੰ ਐਡੀ ਐਡੀ ਵੱਡੀਆਂ ਕਮਾਂਡ ਫੜਾ ਦਿੰਦੇ ਹਾਂ। ਸਾਨੂੰ ਇਹ ਸੋਚਣਾ ਪਊਗਾ ਅੱਗੇ ਤੋਂ ਕਿ ਅਸੀਂ ਕਿਸ ਤਰ੍ਹਾਂ ਕਰਨਾ, ਸਮਾਜ ਨੂੰ ਕਿਸ ਤਰ੍ਹਾਂ, ਕਿੱਧਰੋਂ ਲੈ ਕੇ ਜਾਣਾ, ਕਿੱਦਾਂ ਸੁਧਾਰਨਾ, ਕਿੱਦਾਂ ਸਮਾਜ ਨੂੰ, ਨਾ ਕਿ ਇਸ ਤਰ੍ਹਾਂ ਦੇ ਲੋਕਾਂ ਨੇ ਕਿਸੇ ਦਾ ਬਾਈਕਾਟ ਕਰ ਦਿੱਤਾ, ਸਾਰੇ ਪਿੰਡ ਦੇ ਵਿੱਚ ਰੂਣਾ ਕਰਵਾ ਦਿੱਤਾ ਤੇ ਉਹ ਗੱਠੜੀ ਬਣ ਕੇ ਅਨਾਜ ਦੀ ਤੇ ਪੈਸਿਆਂ ਦੀ ਉਹ ਲੋਕ ਲੈ ਜਾਂਦੇ ਨੇ। ਸਾਨੂੰ ਇਹ ਸਾਰਿਆਂ ਨੂੰ ਸੋਚਣਾ ਪਊਗਾ ਕਿ ਇਹ ਕੀ ਕਰਦੇ ਆ ਇਸ ਤਰ੍ਹਾਂ ਦਾ ਕੰਮ, ਕਿ ਉਹ ਸਹੀ ਆ, ਸਾਨੂੰ ਇਹ ਸੋਚਣਾ ਪਊਗਾ। ਤੇ ਹਾਂਜੀ ਪਿਆਰੇ ਦਰਸ਼ਕੋ, ਗੱਲ ਮਾਫੀਆਂ ਤੇ ਸ਼ੁਰੂ ਹੋ ਗਈ ਆ। ਮਾਫੀਆਂ ਮੰਗਣ ਦੀਆਂ ਕਾਫੀ ਖਬਰਾਂ ਆਈਆਂ ਨੇ। ਗੁਰਦਾਸ ਮਾਨ ਦੀ ਖਬਰ ਹੈ ਕਿ ਗੁਰਦਾਸ ਮਾਨ ਵੱਲੋਂ ਪਿਛਲੇ ਦਿਨੀ ਇੱਕ ਪ੍ਰੋਗਰਾਮ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਤੁਲਨਾ ਉੱਥੇ ਦੇ ਡੇਰੇ ਦੇ ਨਾਲ ਕੀਤੀ ਗਈ, ਜਿਸ ਦੀ ਉਹਨਾਂ ਨੇ ਮਾਫੀ ਵੀ ਮੰਗੀ ਔਰ ਲਾਈਵ ਆ ਕੇ ਉਹਨਾਂ ਨੇ ਕੰਨ ਫੜ ਕੇ ਮਾਫੀ ਮੰਗੀ ਕਿ ਮੈਂ ਇਸ ਲਈ ਮਾਫੀ ਚਾਹਾਂਗਾ ਅਗਰ ਜੇ ਕਿਸੇ ਦੀ ਠੇਸ ਪਹੁੰਚੀ ਹੋਵੇ। ਸੋ ਤੁਹਾਡੇ ਕੋਲ ਕੀ ਖਬਰ ਹੈ ਜੀ? ਜੀ ਮੈਂ ਆਪ ਜਿਹੜਾ ਟੈਲੀਵਿਜ਼ਨ ਜਿੰਨਾ ਕੁ ਦੇਖਿਆ ਜੀ, ਤੇ ਜਿਹੜਾ ਉਸ ਤੋਂ ਦੇਖਿਆ ਜਾਂ ਆਪਣੇ ਸੋਸ਼ਲ ਮੀਡੀਆ 'ਤੇ ਦੇਖਿਆ, ਉਹਦੇ 'ਚ ਇਹ 'ਚ ਕੋਈ ਸ਼ੱਕ ਨਹੀਂਗਾ ਬਈ ਗੁਰਦਾਸ ਮਾਨ ਨੇ ਤੀਜੀ ਪਾਤਸ਼ਾਹੀ ਦੇ ਨਾਲ, ਗੁਰੂ ਅਮਰਦਾਸ ਜੀ ਨਾਲ ਭੱਲਾ ਉਹਨਾਂ ਦਾ ਗੋਤ ਸੀ, ਤੇ ਉਹਨੇ ਆਪਣਾ ਜਿਹੜਾ ਉਹ ਮੇਰੇ ਆਖਿਆ ਸੀ ਉਹਦਾ ਕਿਹਦਾ ਮਰੀਦ ਆ, ਉਹ ਲਾਡੀ ਆ ਸ਼ਾਇਦ, ਕੋਈ ਇਸ ਤਰ੍ਹਾਂ ਦਾ ਨਾਂ ਦਾ ਕੋਈ ਚੇਲਾ ਜਾਂ ਕੋਈ ਜਿਹੜਾ ਕੋਈ ਹੈ ਜਿਹਦੇ ਕੋਲ ਜਾਂਦਾ ਆ ਜਿੱਥੇ ਉਹ ਮੱਥਾ ਟੇਕਦਾ, ਉਹਦੀ ਤੁਲਨਾ ਉਹਨੇ ਕਿਹਾ ਸੀ ਕਿ ਇਹ ਗੁਰੂ ਜੀ ਦੇ ਵੰਸ਼ ਦੇ ਵਿੱਚੋਂ ਹੈਗਾ ਹੀ ਆ ਜੀ। ਤੇ ਜਿਸ ਦੇ ਨਾਲ ਉਹ, ਕਿਉਂਕਿ ਜਿਹੜਾ ਇਹ ਬੰਦਾ ਹੈਗਾ ਇਹ ਸਿਗਰਟਾਂ ਦਾ, ਤੰਬਾਕੂ ਨੋਸ਼ ਸਭ ਕੁਝ ਕਰਦਾ, ਤੇ ਉਹਦੇ ਨਾਲ ਜਿਹੜੇ ਸਿੱਖ ਮੇਰੇ ਵੀਰ ਨੇ ਉਹਨਾਂ ਦੇ ਹਿਰਦੇ ਬਲੁੰਦਰੇ ਗਏ, ਉਹਨਾਂ ਨੂੰ ਤਕਲੀਫ ਹੋਈ ਆ ਕਾਫੀ, ਉਹਨਾਂ ਨੂੰ ਇਸ ਗੱਲ 'ਤੇ ਰੋਸ ਆ, ਤੇ ਉਹਨਾਂ ਨੇ
ਉਸ ਨੂੰ ਮਾਫੀ ਮੰਗਣ ਲਈ ਕਿਹਾ ਤੇ ਕਿ ਤੂੰ ਬਹੁਤ ਗਲਤ ਕੀਤਾ, ਤੇ ਉਸ ਨੇ ਗੁਰਦਾਸ ਮਾਨ ਨੇ ਮਾਫੀ ਮੰਗ ਲਈ ਆ। ਤੇ ਜਿੱਥੇ ਤੱਕ ਮੈਂ ਜਿੰਨੀ ਉਹਦੀ ਵੀਡੀਓ ਦੇਖੀ ਨੇ ਕੰਨ ਫੜ ਕੇ 2-3 ਵਾਰ ਕੰਨ ਫੜ ਕੇ ਮਾਫੀ ਮੰਗੀ ਆ ਤੇ ਇਸ ਲਈ ਆ। ਤੇ ਹੁਣ ਉਹ ਜਿਹੜਾ ਮੈਂ ਕਿਹਾ ਸਿੱਖ ਸਮਾਜ ਆ ਉਹ ਇਹ ਚਾਹੁੰਦਾ ਕਿ ਉਹ ਹਰਿਮੰਦਰ ਸਾਹਿਬ ਜਾ ਕੇ ਤਖਤ ਸਾਹਿਬ ਉੱਥੇ ਜਾ ਕੇ ਮਾਫੀ ਮੰਗੇ। ਤੇ ਚਲੋ ਉਹ ਮੇਰਾ ਖਿਆਲ ਆ ਵੀ ਜਿੱਥੇ ਤੱਕ ਮੈਨੂੰ ਲੱਗਦਾ ਉਹ ਇੱਕ ਗਾਇਕ ਹੈਗਾ, ਉਹ ਆਪਣਾ ਧੰਦਾ ਆਪਣਾ ਸਾਰਾ ਕੁਝ ਦੇਖ ਕੇ ਉਹ ਆਪਣਾ ਹਿਸਾਬ ਕੱਢਦੇ ਨੇ ਤੇ ਉਹ ਉਸਨੇ ਜਾ ਕੇ ਉੱਥੇ ਮਾਫੀ ਮੰਗ ਵੀ ਸਕਦਾ, ਵੱਡੀ ਗੱਲ ਨਹੀਂ ਹੈ ਤੇ ਮੰਗ ਲੂਗਾ। ਪਰ ਜਿਹੜੀ ਮੈਨੂੰ ਕਈ ਵਾਰ ਠੇਸ ਪਹੁੰਚਦੀ ਆ ਆਪਣੇ ਉਹਨੇ ਮਾੜੀ ਗੱਲ ਕੀਤੀ ਆ, ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਜਿਹਦੇ ਨਾਲ ਕੋਈ ਵੀ ਗੱਲ। ਅਸੀਂ ਜਿਹੜੇ ਮਨੁੱਖ ਹਾਂ ਅਸੀਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਕੋਈ ਵੀ ਗੱਲ ਅਸੀਂ ਕਿਤੇ ਕਰੀਏ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮਤਲਬ ਕਿ ਗੁੱਸੇ ਦੇ ਵਿੱਚ ਆਦਮੀ ਕਹਿੰਦਾ ਵੀ ਅਸੀਂ ਜਾਂ ਕਿਤੇ ਵੀ ਤਰ੍ਹਾਂ ਕਿਸੇ ਬੰਦੇ ਨੂੰ ਸਾਡੀ ਕਹੀ ਗੱਲ ਦਾ ਗੁੱਸਾ ਨਾ ਲੱਗੇ, ਉਹਨੂੰ ਠੇਸ ਨਾ ਪਹੁੰਚੇ, ਉਹਨੂੰ ਹਿਰਦੇ ਨੂੰ ਸੱਟ ਨਾ ਵੱਜੇ। ਤੇ ਜਿਹੜੀ ਇਹਨੇ ਕੀਤੀ ਹੈ ਮਾੜੀ ਗੱਲ ਕੀਤੀ ਆ, ਅਸੀਂ ਭੰਡਣੇ ਹੋ ਗਏ ਆ। ਤੇ ਮੈਂ ਇਹ ਜਿਹੜੀ ਮੇਰੇ ਨੂੰ ਦਿਮਾਗ 'ਚ ਆਉਂਦੀ ਆ ਵੀ ਕਿ ਜਿਹੜੇ ਸਾਡੇ ਗਰੀਬ ਲੋਕ, ਮਜ਼ਦੂਰ ਲੋਕ, ਦਲਿਤ ਲੋਕ ਜਾਂ ਹੈਗੇ ਆ ਜਿਹਨਾਂ ਨੂੰ ਪਿੰਡਾਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੇ ਜਾਤੀਵਾਦਕ ਜਾਤੀ ਸੂਚਕ ਨਾਂ ਲੈ ਕੇ, ਮੈਂ ਲਫ਼ਜ਼ ਇੱਥੇ ਨਹੀਂ ਵਰਤਾਂਗਾ, ਉਹਨਾਂ ਜਾਤਾਂ ਦੇ ਨਾਂ ਲੈ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਹਨਾਂ ਨੂੰ ਇੱਕ ਪਾਸੇ ਰੱਖਿਆ ਜਾਂਦਾ। ਤੇ ਜਾਂ ਉਹਨਾਂ ਨੂੰ ਕਈ ਵਾਰ ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਸਾਡੇ ਪੰਜਾਬ ਦੇ ਵਿੱਚ ਮੈਂ ਗੱਲ ਕਰੂੰਗਾ ਜਿਹੜੀ ਸਾਨੂੰ ਪਤਾ ਆ ਵੀ ਜੋੜਿਆਂ 'ਚ ਬਹਿ ਕੇ ਲੰਗਰ ਖਾਣ ਦੀ ਜਾਂ ਪ੍ਰਸ਼ਾਦ ਲੈਣ ਦੀ ਇਜਾਜ਼ਤ ਹੈਗੀ ਆ, ਹੁਣ ਤੱਕ ਚੱਲਦੀ ਰਹੀ ਆ, ਹੁਣ ਵੀ ਚੱਲੀ ਜਾਂਦੀ ਆ। ਕਿ ਮੈਂ ਇਹ ਪੁੱਛੂੰਗਾ ਕਿ ਦੇਖੋ ਸਾਨੂੰ ਕਿਸੇ ਵੀ ਬੰਦੇ ਨੂੰ ਹਰਟ ਨਹੀਂ ਕਰਨਾ ਚਾਹੀਦਾ। ਚਾਲ ਸਾਹਿਬ ਜੀ ਇਹ ਤੇ ਗੱਲ ਯਾਦ ਹੀ ਰੱਖਾਂਗੇ, ਹਾਂਜੀ ਲੰਬੀ ਹੋ ਜਾਏਗੀ ਲੱਗਦਾ, ਇੱਕ ਕਾਲ ਆ ਗਈ ਆ। ਹਾਂਜੀ ਹਾਂਜੀ ਜੀ ਜੈ ਗੁਰਦੇਵ ਜੈ ਭੀਮ ਜੀ। ਜੀ ਸਲਾਮ ਅਲੈਕਮ ਜੀ, ਜੈ ਗੁਰਦੇਵ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਭਾਜੀ ਮੈਂ ਹਾਂਜੀ ਜੀ ਮਿਹਰਬਾਨੀ ਜੀ। ਭਾਜੀ ਤੁਹਾਡੀ ਆਪਣੀ ਕੀ ਰਾਏ ਆ, ਤੁਸੀਂ ਆਪਣੀ ਫੇਰ ਤੇ ਦਿਲ ਤੇ ਹੱਥ ਰੱਖ ਕੇ ਰਾਏ ਦੱਸੋ। ਦੇਖੋ ਮੈਂ ਇੱਕ ਮੁਸਲਮਾਨ ਹਾਂ, ਠੀਕ ਹੈ ਜੀ, ਮਗਰ ਮੈਂ ਰੋਟੀ ਗੁਰਦੁਆਰੇ ਘਰੋਂ ਖਾਣਾ ਜਾ ਕੇ ਜੀ, ਮੈਂ ਬਲੀਵ ਕਰਦਾ ਸਾਰਿਆਂ ਨੂੰ ਜੀ। ਅੱਛਾ ਠੇਸ ਪਹੁੰਚੀ ਹੈ, ਮੈਂ ਵੀ ਸੁਣਦਾ ਸਾਰੀ ਦਿਹਾੜੀ ਇਹੀ ਪ੍ਰੋਗਰਾਮ ਜੀ। ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਦੱਸੋ ਸੱਚੀ ਗੱਲ ਰੱਬੀ ਜੀ ਬਈ ਕਿਆ ਉਹਨੂੰ ਮਾਫੀ ਦੇਣੀ ਚਾਹੀਦੀ ਆ ਜਾਂ ਨਹੀਂ। ਦੇਖੋ ਮੇਰਾ ਕੋਈ ਤਲਕ ਨਹੀਂ ਮਾਫੀ ਮਿਲੇ ਜਾਂ ਨਾ ਮਿਲੇ, ਉਹਨੂੰ ਸਮਝ ਆਈ ਨਾ, ਮਗਰ ਮੈਂ ਜਨਰਲੀ ਗੱਲ ਕਰਦਾ ਤੁਹਾਡਾ ਦਿਲ ਕੀ ਕਹਿੰਦਾ, ਬਸ ਇਹ ਤੁਹਾਡੇ ਕੋਲ ਪੁੱਛਣਾ। ਥੈਂਕ ਯੂ ਵੈਰੀ ਮਚ ਭਾਜੀ। ਹਾਂਜੀ ਤੁਸੀਂ ਮੇਰੇ ਤੋਂ ਪੁੱਛ ਰਹੇ ਜਾਂ ਭਾਜੀ ਹੁਣਾਂ ਤੋਂ ਪੁੱਛ ਰਹੇ? ਦੋਨਾਂ ਤੋਂ ਭਾਜੀ। ਠੀਕ ਹੈ, ਅੱਛਾ ਠੀਕ ਹੈ। ਦੇਖੋ ਜਿਹੜਾ ਸਿੱਖ ਸਮਾਜ ਹੈ, ਹਾਂਜੀ ਭਾਜੀ, ਉਹਦੇ ਵਿੱਚ ਮਾਫੀ ਜਿਹੜੀ ਦੇ ਦੇਣੀ ਆਮ ਗੱਲ ਹੈ। ਬਿਲਕੁਲ ਸਹੀ ਗੱਲ ਹੈ ਜੀ। ਜੇ ਕੋਈ ਗਲਤੀ ਕਰੇ ਔਰ ਮਾਫੀ ਮੰਗ ਲਏ, ਮਾਫ ਕਰ ਦੇਣਾ ਚੰਗੀ ਗੱਲ ਹੁੰਦੀ ਆ। ਚਲੋ ਇੱਥੇ ਇੱਕ ਹੋਰ ਗੱਲ ਆ ਗਈ, ਸੌਰੀ ਟੂ ਇੰਟਰਪਟ ਯੂ ਭਾਜੀ, ਇੱਥੇ ਇੱਕ ਹੋਰ ਗੱਲ ਆ ਗਈ ਵੀ ਇੱਕ ਵਾਰੀ, 2 ਵਾਰੀ, 3 ਵਾਰੀ, ਇਹਦਾ ਮਕਸਦ ਕੀ ਹੈ? ਯਾਨੀ ਕਿ ਇਹਦਾ ਮੋਟਿਵ ਕੀ ਹੈ? ਇਹ ਕੀ ਚਾਹੁੰਦਾ ਵਾ ਜਾਂ ਕੀ ਇਹਨੇ ਅੱਗੇ ਕਰਨਾ ਹੈ ਨਾ? ਬੰਦਾ ਗਲਤੀ ਇੱਕ ਵਾਰੀ ਕਰਦਾ ਨਹੀਂ ਇੱਕੋ ਵਾਰੀ ਹੋਈ ਹੈ, ਇਸ ਤੋਂ ਪਹਿਲਾਂ ਤਾਂ ਨਹੀਂ ਹੋਈ। ਨਹੀਂ ਭਾਜੀ, ਫਿਰ ਤੁਸੀਂ ਇੱਥੇ ਭੁੱਲ ਗਏ ਜੀ। ਇਹ ਅੱਗੇ ਵੀ ਇਹਨੇ ਨਾ ਚਵੜ ਮਾਰੀ ਆ, ਕੋਈ 6 ਮਹੀਨੇ ਦੀ ਗੱਲ ਆ। ਨਹੀਂ 6 ਮਹੀਨੇ ਜ਼ਿਆਦਾ ਹੋ ਗਏ, 1.5-2 ਸਾਲ ਹੋ ਗਏ ਆ। ਉਹਨਾਂ ਨੂੰ ਕਰਨ ਦੀ ਗੱਲ ਆ। ਇਹਨੇ ਪੰਜਾਬੀਆਂ ਦੇ ਬਾਰੇ ਦੇ ਵਿੱਚ ਮੇਰੇ ਕੋ ਸ਼ਾਇਦ ਤੁਹਾਨੂੰ ਚੇਤਾ ਭੁੱਲ ਗਿਆ ਭਾਜੀ। ਨਹੀਂ ਮੈਨੂੰ 6 ਮਹੀਨੇ ਵਾਲੀ ਗੱਲ ਨਹੀਂ ਯਾਦ, ਤੁਸੀਂ ਯਾਦ ਕਰਾਓ, ਅਸੀਂ ਦੇਖ ਲੈਨੇ ਕਿਹੜੀ ਗੱਲ ਹੈ। ਹਾਂਜੀ ਅੱਛਾ ਚਲੋ ਉਸ ਗੱਲ ਨੂੰ ਵੀ ਛੱਡ ਦੇ ਭਾਜੀ। ਜੇ ਬੰਦਾ ਰਿਪੀਟਡਲੀ, ਮੈਂ ਫਿਰ ਕਹਿ ਰਿਹਾ ਜਿਹੜੀ ਰਿਪੀਟ ਹੋਈ ਗੱਲ, ਉਹਨਾਂ ਨੇ ਸਿੱਖ ਧਰਮ ਨਾਲ ਸੰਬੰਧਿਤ ਜਿਹੜੀ ਗੱਲ ਹੋਈ ਆ ਉਹ ਬਿਲਕੁਲ ਗਲਤ ਹੈ। ਉਹਨਾਂ ਨੇ ਮਾਫੀ ਵੀ ਮੰਗੀ। ਜਿਹੜੀ ਜੇ ਇਹ ਤੋਂ ਪਹਿਲਾਂ ਹੋਈ ਉਹ ਸਾਨੂੰ ਯਾਦ ਦਵਾਓ, ਸਾਨੂੰ ਪਤਾ ਨਹੀਂ ਹੈ। ਮੈਂ ਦਵਾਉਣਾ ਚਲੋ ਪਹਿਲਾਂ ਆਪਾਂ ਇਸੇ ਗੱਲ ਤੇ ਖੜ ਜਾਈਏ ਕਿ ਭਾਜੀ ਇਹਨੂੰ ਲੋੜ ਕੀ ਪਈ ਸੀਗੀ ਵੀ ਇਹ ਇਦਾਂ ਦੀ ਗੱਲ ਕਾਹਦੇ ਵਾਸਤੇ? ਨਹੀਂ ਦੇਖੋ ਇਹ ਤਾਂ ਹੁਣ ਸਾਨੂੰ ਨਹੀਂ ਪਤਾ ਵੀ ਉਹਨਾਂ ਨੂੰ ਕੀ ਲੋੜ ਪਈ। ਉਹਨੇ ਗਲਤੀ ਕੀਤੀ, ਅਸੀਂ ਵੀ ਕਹਿੰਦੇ ਗਲਤੀ ਆ, ਲੇਕਿਨ ਉਹਨਾਂ ਨੇ ਉਹਦੀ ਮਾਫੀ ਮੰਗ ਲਈ, ਲੇਕਿਨ ਰਿਪੀਟ ਨਹੀਂ ਕੀਤੀ ਉਹਨੂੰ ਸਿੱਖ ਧਰਮ ਚ। ਉਹ ਮੈਂ ਤੁਹਾਨੂੰ ਦੱਸ ਦਿੰਦਾ ਉਹ ਵੀ। ਅੱਛਾ ਭਾਜੀ ਇੱਕ ਵਾਰੀ ਕਿਸੇ ਨੂੰ ਤੁਸੀਂ ਹਰਟ ਕਰ ਲਓ, ਫਿਰ ਤੁਸੀਂ ਘੜੀ ਅਗਰ ਉਹ ਬੰਦਾ ਗੱਲ ਕਰਦਾ ਹੈ ਨਾ, ਇਹਦਾ ਮਤਲਬ ਉਹ ਪਾਗਲ ਨਹੀਂਗਾ, ਬੇਵਕੂਫ ਨਹੀਂਗਾ, ਉਹਦੇ ਜ਼ਿਹਨ 'ਚ ਕੋਈ ਮੋਟਿਵ ਆ, ਕੋਈ ਮਕਸਦ ਆ, ਫਿਰ ਕੀ ਮਾਫੀ ਮਿਲਣੀ ਚਾਹੀਦੀ ਹੈ ਅਗਰ ਬੰਦਾ ਕੋਈ ਜਾਣ ਬੁੱਝ ਕੇ ਕਰਦਾ। ਮੈਂ ਫਿਰ ਆ ਰਿਹਾ ਗੱਲ, ਦੇਖੋ ਇਹ ਵਾਰ-ਵਾਰ ਨਹੀਂ ਹੋਈ, ਇਹ ਜਿਹੜੀ ਧਰਮ ਨੂੰ ਲੈ ਕੇ ਆ, ਸਿੱਖ ਧਰਮ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਆ, ਉਹਨੇ ਉਹ ਪਹਿਲੀ ਵਾਰੀ ਹੋਈ ਆ। ਉਹਨੇ ਚਲੋ ਇੱਥੇ ਤੁਹਾਨੂੰ ਹੁਣੇ ਕਾਲ ਆ ਜੂਗੀ ਆਪਣੇ ਕਿਸੇ ਸੁਣਨ ਵਾਲੇ ਦੀ, ਮੈਂ ਵੀ ਗੂਗਲ ਤੇ ਸਰਚ ਕਰਦਾ, ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ। ਇੱਥੇ ਹੁਣੇ ਤੁਹਾਨੂੰ ਕਿਸੇ ਰੱਬ ਦੇ ਬੰਦੇ ਦੀ ਕਾਲ ਆ ਜਾਣੀ ਆ ਕਿ ਇਹਨੇ ਸੈਕੰਡ ਟਾਈਮ ਕੀਤਾ।
ਚਲੋ ਜੀ ਅਸੀਂ ਬਿਲਕੁਲ ਜੀ ਜੇ ਇਹ ਜੀ ਵੇਟ ਕਰੋ ਮਾੜਾ ਜਿਹਾ, ਇੱਥੇ ਕਿਸੇ ਰੱਬ ਦੇ ਬੰਦੇ ਨੇ ਸਾਨੂੰ ਕਾਲ ਕਰ ਤੁਹਾਨੂੰ ਮੈਂ ਦੱਸ ਦਿੰਦਾ ਜੀ, ਇੱਕ ਤਾਂ ਜਿਹੜੀ ਮੈਨੂੰ ਚੇਤੇ ਆ ਤੁਹਾਨੂੰ ਮੈਂ ਦੱਸ ਦਿੰਦਾ। ਨਹੀਂ ਸਾਨੂੰ ਕੋਈ ਵੀ ਨਹੀਂ ਚੇਤੇ। ਅੱਛਾ ਸਾਨੂੰ ਰੱਬ ਥੋੜਾ ਭਲਾ ਕਰੇ, ਦੱਸੋ ਭਾਜੀ। ਨਹੀਂ, ਜਿਹੜਾ ਧਰਮ ਦੇ ਨਾਂ ਤੇ ਮੈਂ ਗੱਲ ਕਰ ਰਿਹਾ, ਮੈਂ ਧਰਮ ਦੇ ਨਾਂ ਤੇ ਉਹਨਾਂ ਦੀ ਇਹ ਪਹਿਲੀ ਵਾਰ, ਉਹਨਾਂ ਦੀ ਪਹਿਲੀ ਗਲਤੀ ਆ। ਜੇ ਦੂਜੀ ਗਲਤੀ ਉਹ ਤੁਸੀਂ ਸਾਨੂੰ ਯਾਦ ਕਰਾ ਦਿਓ, ਜਾਂ ਕਾਲ ਆ ਲੈਂਦੇ ਅਸੀਂ ਉਹ ਕਾਲ ਦੀ ਵੇਟ ਕਰ ਲੈਂਦੇ ਆ। ਕਾਲ ਵੀ ਆ ਜਾਣੀ ਤੇ ਮੈਂ ਗੂਗਲ ਤੇ ਸਰਚ ਕਰਕੇ ਫੇਰ ਆ ਜਾਣਾ, ਤੁਸੀਂ ਫੇਰ ਫੋਨ ਕਰ ਹਾਂ ਜਰੂਰ ਕਰ ਲਓ ਸਰਚ। ਥੈਂਕ ਯੂ ਭਾਜੀ। ਤੁਸੀਂ ਸਾਨੂੰ ਜਿਹੜਾ ਕੁਐਸਚਨ ਕੀਤਾ ਸੀਗਾ ਦੋਵਾਂ ਨੂੰ, ਇਹਨਾਂ ਨੇ ਜਵਾਬ ਦੇ ਦਿੱਤਾ ਤੇ ਮੇਰਾ ਜਵਾਬ ਵੀ ਉਹੀ ਹੈ ਕਿ ਉਸ ਨੇ ਜੇ ਮਿਸਟੇਕ ਕੀਤੀ ਹੈ, ਗਲਤੀ ਕੀਤੀ ਆ, ਉਸ ਨੂੰ ਜਿਹੜਾ ਸਿੱਖ ਧਰਮ ਦੇ ਜਿਹੜਾ ਹੈ ਉਸ ਦੇ ਵਿੱਚ ਮਾਫ ਕਰਨਾ ਇੱਕ ਇਹੀ ਨਮਰਤਾ, ਸਿੱਖੀ ਦੇ ਵਿੱਚ ਮਿੱਠਤ ਨਿਮੀ ਨਾਨਕਾ ਗੁਣ ਚੰਗਾਈਆਂ ਤੱਤ, ਇਹ ਜਿਹੜਾ ਅਸੀਂ ਲੋਕ ਆ ਜਿਹੜੇ ਸਾਡੇ ਮੇਰੇ ਵਿੱਚ ਪੰਜਾਬ ਦੇ ਲੋਕ ਆ, ਅਸੀਂ ਸਾਰਿਆਂ ਦਾ ਲਗਭਗ ਸੁਭਾਅ ਇੱਕੋ ਜਿਹਾ ਹੀ ਆ ਵੀ ਅਸੀਂ ਜਿੱਥੇ ਗੁੱਸਾਖੋਰ ਵੀ ਆ ਤੇ ਅਸੀਂ ਮਾਫ ਵੀ ਛੇਤੀ ਕਰਦੇ ਆ, ਤੇ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਮਾਫ ਦੇਣ ਦਾ ਹੈਗਾ ਜੇ ਉਹ ਮਾਫੀ। ਹਾਂਜੀ, ਨਾਨਕ ਦੇ ਨੀਵਾਂ ਨਹੀਂ, ਨਾਨਕ ਨੂੰ ਕਹਿ ਕੇ ਇਹ ਨਾਨਕ ਨੀਵਾਂ ਜੋ ਚੱਲੇ, ਨਾਨਕ ਕੋਮਾ ਨੀਵਾਂ ਜੋ ਚੱਲੇ ਲਾਗੇ ਨਾ ਤਲਤੀਵਾ। ਸੋ ਨੀਵਾਂ ਹੋ ਕੇ ਚੱਲਣਾ ਵਧੀਆ ਗੱਲ ਆ। ਜੇ ਉਹਨਾਂ ਕੋਲ ਗਲਤੀ ਹੋਈ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਮਾਫੀ ਮੰਗਣੀ ਚਾਹੀਦੀ। ਉਹਨਾਂ ਨੇ ਮਾਫੀ ਵੀ ਮੰਗੀ ਹੈ, ਮੈਂ ਇਹ ਵੀਡੀਓ ਵੀ ਦੇਖੀ ਆ ਜੀ। ਇਹ ਕਾਲ ਆ ਲੱਗਦਾ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ ਭਾਈ ਸਾਹਿਬ ਜੀ, ਤੁਹਾਨੂੰ ਦੋਨਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੁੱਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਜੈ ਗੁਰਦੇਵ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਗੁਰੂ ਫਤਿਹ ਜੀ। ਹਾਂ ਭਾਈ ਸਾਹਿਬ ਜੀ, ਮੈਂ ਇੱਕ ਗੱਲ ਮੈਂ ਸੁਣ ਰਿਹਾ ਸੀ ਤੁਹਾਡਾ ਪ੍ਰੋਗਰਾਮ, ਮੈਂ ਗੱਲ ਕਲੀਅਰ ਕਰਨੀ ਚਾਹਨਾ। ਹਾਂਜੀ, ਜਿਹੜੇ ਭਾਈ ਸਾਹਿਬ ਪਹਿਲਾਂ ਬੋਲ ਕੇ ਗਏ ਨੇ ਬਿਲਕੁਲ ਠੀਕ ਆ। ਦੇਖੋ ਮੈਂ ਦੋ ਗੱਲਾਂ ਕਲੀਅਰ ਕਰਨੀਆਂ ਚਾਹੁੰਦਾ ਆ। ਬਿਲਕੁਲ ਠੀਕ ਤੁਸੀਂ ਕਿਹਾ ਵੀ ਜੇ ਕੋਈ ਮਾਫੀ ਮੰਗਦਾ ਹੈ ਨਾ ਤੇ ਮਾਫੀ ਮੰਗਦਾ ਉਹਨੂੰ ਮਾਫ ਕਰ ਦਿੰਦੇ ਔਰ ਕੀਤਾ ਵੀ ਜਾਂਦਾ ਸਿੱਖ ਧਰਮ ਦੇ ਵਿੱਚ। ਪਰ ਦੇਖਣ ਵਾਲੀ ਗੱਲ ਇਹ ਹੁੰਦੀ ਆ ਵੀ ਦੋ ਚੀਜ਼ਾਂ ਹੁੰਦੀਆਂ, ਇੱਕ ਗਲਤੀ ਹੁੰਦੀ, ਇੱਕ ਬਦਮਾਸ਼ੀ ਹੁੰਦੀ ਆ। ਹੁਣ ਹੁਣ ਤੁਸੀਂ ਦੋਨੋਂ ਸਿਆਣੇ ਮੇਰੇ ਵੀਰ, ਤੁਸੀਂ ਧਿਆਨ ਨਾਲ ਸੁਣਿਓ ਜੀ। ਅਣਜਾਣ ਪੁਣੇ 'ਚ ਜਿਹੜੀ ਗੱਲ ਹੋਵੇ ਨਾ ਉਹਨੂੰ ਗਲਤੀ ਕਹਿੰਦੇ ਆ। ਉਸ ਗਲਤੀ ਨੂੰ ਗੁਰੂ ਵੀ ਮਾਫ ਕਰਦਾ, ਪ੍ਰਮਾਤਮਾ ਵੀ ਮਾਫ ਕਰ ਦਿੰਦਾ ਜੀ। ਕਲੀਅਰ ਹੋ ਗਿਆ ਨਾ ਜੀ। ਗਲਤੀ ਕਿਹਨੂੰ ਕਹਿੰਦੇ? ਜਿਹੜੀ ਅਣਜਾਣ ਪੁਣੇ 'ਚ ਹੋ ਜਾਏ, ਜਿਹੜੀ ਵਾਰ-ਵਾਰ ਕਰੇ, ਜਾਣ ਬੁੱਝ ਕੇ ਕਰੇ ਜਾਂ ਕਿਸੇ ਦੇ ਕਹੇ ਤੇ ਉਕਸਾਏ ਤੇ ਕਰੇ, ਉਹ ਗਲਤੀ ਨਹੀਂ ਹੁੰਦੀ, ਉਹ ਬਦਮਾਸ਼ੀ ਹੁੰਦੀ ਆ। ਗਲਤੀ ਵਾਸਤੇ ਮੁਆਫੀ ਹੁੰਦੀ ਆ, ਜਿਹੜੀ ਬਦਮਾਸ਼ੀ ਹੁੰਦੀ ਆ ਉਹਦੇ ਵਾਸਤੇ ਮੁਆਫੀ ਨਹੀਂ ਹੁੰਦੀ, ਉਹਦੇ ਵਾਸਤੇ ਸਜ਼ਾ ਹੁੰਦੀ ਆ। ਇਹ ਭੁਗਲ ਜੀ ਮੈਨੂੰ ਨਹੀਂ ਇਸ ਗੱਲ ਦਾ ਪਤਾ। ਆ ਜਿਹੜੀ ਹੁਣ ਉਹਨਾਂ ਨੇ ਇਹ ਕੀਤੀ, ਇਸ ਤੋਂ ਪਹਿਲਾਂ ਵੀ ਕੋਈ ਕੀਤੀ ਉਹ ਮੈਨੂੰ ਦੱਸ ਦਿਓ। ਮੈਂ ਦੱਸਦਾ, ਮੈਂ ਤਾਂ ਹੀ ਟੈਲੀਫੋਨ ਕੀਤਾ ਜੀ। ਉਸ ਤੋਂ ਪਹਿਲਾਂ ਜਦੋਂ ਹਿੰਦੀ ਪੰਜਾਬੀ ਦੀ ਗੱਲ ਹੁੰਦੀ ਸੀ ਤੇ ਜਦੋਂ ਮੋਦੀ ਕਹਿੰਦਾ ਸੀ ਇੱਕ ਰਾਸ਼ਟਰ ਕਰਨਾ ਵੀ ਇੱਕ ਹਿੰਦੀ ਸਾਰੇ ਭਾਰਤ 'ਚ ਹੋਣੀ ਚਾਹੀਦੀ ਆ ਤੇ ਸੂਬੇ, ਇਹ ਉਹਨਾਂ ਦੇ ਹੱਕ 'ਚ ਬੋਲਿਆ ਸੀ। ਜਾਣੀ ਇਹਨੇ ਪੰਜਾਬੀ ਨੂੰ ਮਾਸੀ ਦੇ ਥਾਂ ਬਿਠਾ ਦਿੱਤਾ, ਮਾਂ ਦਾ ਥਾਂ ਨਹੀਂ ਸੀ ਦਿੱਤਾ। ਤੇ ਜਦੋਂ ਲੋਕਾਂ ਨੇ ਵਿਰੋਧ ਕੀਤਾ, ਇੱਕ ਇਹਦਾ ਬਹੁਤ ਵੱਡਾ ਪ੍ਰੋਗਰਾਮ ਹੋਇਆ ਸੀਗਾ ਤੇ ਉੱਠ ਕੇ ਲੋਕ ਖੜੇ ਹੋਏ ਤੇ ਇਹਨੇ ਬਹੁਤ ਗੰਦੀ ਗੱਲ ਕੀਤੀ। ਜੇ ਤੁਸੀਂ ਚਾਹੁੰਦੇ ਤਾਂ ਮੈਂ ਕਹਿ ਦੇਣਾ, ਉਹ ਕਹਿੰਦਾ ਆ ਜਿਹੜਾ ਪੇਪਰ ਆ ਉਹਦੀ ਬੱਤੀ ਬਣਾ ਕੇ ਪਿੱਛੇ ਲੈ ਲਓ। ਆ ਲਫ਼ਜ਼ ਉਹਨੇ ਬੋਲੇ। ਮੈਂ ਛੋਟਾ ਬਾਲ ਜੀ, ਤੁਸੀਂ ਪੁੱਛਿਆ ਕਰਕੇ ਮੈਨੂੰ ਦੱਸਣਾ ਪਿਆ। ਇਹਨੇ ਗਲਤੀਆਂ ਕੀਤੀਆਂ। ਭੋਗਲ ਜੀ ਇੱਕ ਮਿੰਟ 40 ਸਾਲ ਦੇ ਇਤਿਹਾਸ ਵਿੱਚ ਜਿਹੜਾ ਉਹਨਾਂ ਨੇ ਕੰਮ ਕੀਤਾ, ਜਿਹੜੀ ਬੋਲੀ ਪੰਜਾਬੀ ਗਾਣਾ ਜਿਹੜਾ ਰਾਜਪੁਰੇ ਤੋਂ ਨਹੀਂ ਸੀ ਟੱਪਦਾ। ਗੁਰਦਾਸ ਮਾਨ ਦਾ ਗਾਣਾ ਜਾ ਕੇ ਤਾਮਿਲਨਾਡੂ 'ਚ ਵੀ ਮਿਲਦਾ ਸੀ, ਗੁਰਦਾਸ ਮਾਨ ਦਾ ਗਾਣਾ ਬੰਬੇ 'ਚ ਵੀ ਮਿਲਦਾ ਸੀ। ਗਾਇਕਾਂ ਨੂੰ ਪੈਸਾ ਲੈਣਾ ਤੇ ਗਾਇਕਾਂ ਨੂੰ ਕੱਪੜੇ ਪਾਉਣੇ ਗੁਰਦਾਸ ਮਾਨ ਨੇ ਸਿਖਾਲੇ ਆ। ਪਹਿਲਾਂ ਮੇਰੀ ਗੱਲ ਧਿਆਨ ਦੇ ਨਾਲ ਇੰਨੀ ਸੁਣਿਓ ਵੀ ਜਿਹੜੀ ਤੁਸੀਂ ਬੱਤੀ ਦੀ ਗੱਲ ਕੀਤੀ ਆ, ਉਹ ਧਰਮ ਦੇ ਨਾਲ ਤਾਂ ਕੋਈ ਗੱਲ ਨਹੀਂ ਨਾ। ਉਹਦਾ ਮਤਲਬ ਨੇ ਗਾਲ ਕਿਉਂ ਕੱਢਣਾ ਇਹਦਾ? ਨਹੀਂ, ਗਾਲਾਂ ਤਾਂ ਰੋਜ਼ ਕੱਢਦੇ ਗਾਇਕ। ਤੁਸੀਂ ਭਰੀ ਪਈ ਜਿਹੜਾ ਮਰਜ਼ੀ ਗਾਇਕ ਦੇਖ ਲਓ, ਇੱਕ ਦੂਜੇ ਨੂੰ ਗਾਲਾਂ ਕੱਢਦੇ ਆ, ਰੋਜ਼ ਕੱਢਦੇ ਫੇਸਬੁੱਕ ਤੇ। ਮੈਂ ਤੁਹਾਨੂੰ ਇੰਨਾ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੀ ਉੱਥੇ ਬੱਤੀ ਬਣਾਉਣ ਦੀ ਗੱਲ ਕਹੀ ਆ, ਉਹ ਧਰਮ ਦੇ ਆਧਾਰ ਤੇ ਹੈ? ਪਰ ਉਹ ਯਾਰ ਉਹ ਸੱਭਿਆਕ ਭਾਸ਼ਾ ਤੇ ਹੈਗੀ ਆ ਨਾ ਯਾਰ। ਭਾਸ਼ਾ ਤੇ ਬਾਅਦ ਵਿੱਚ ਜਾਣੇ ਆਪਾਂ ਸਾਰੇ ਫਰੰਟ ਨਹੀਂ ਖੋਲਣੇ। ਮੈਂ ਸਾਰੇ ਫਰੰਟਾਂ ਤੇ ਲੜ ਨਹੀਂ ਸਕਦਾ, ਤੁਸੀਂ ਸਾਰੇ ਫਰੰਟਾਂ ਤੇ ਬਚਾ ਨਹੀਂ ਕਰ ਸਕਦੇ। ਮੈਨੂੰ ਮਾਫ ਕਰਨਾ, ਮੈਨੂੰ ਮੇਰੀ ਗੱਲ ਸੁਣਿਆ, ਲੋਕੀ ਸੁਣ ਰਹੇ ਨੇ ਤੁਹਾਨੂੰ ਵੀ। ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਆ। ਚਲੋ ਜੇ ਤੁਸੀਂ ਗਲਤੀ ਤੇ ਬਦਮਾਸ਼ੀ ਦਾ ਨਹੀਂ ਪਤਾ ਲੱਗਾ, ਮੈਂ ਇੱਕ ਹੋਰ ਤਰ੍ਹਾਂ ਸਮਝਾਉਣ ਲੱਗਾ ਤੁਹਾਨੂੰ। ਨਹੀਂ, ਦੇਖੋ ਮੇਰੀ ਗੱਲ ਨਹੀਂ ਭੋਗਲ ਜੀ, ਭੋਗਲ ਜੀ ਗੱਲ ਤੁਸੀਂ ਸੁਣਨੀ ਹੋ। ਭੋਗਲ ਜੀ ਗੱਲ ਤੁਸੀਂ ਸੁਣਨੀ ਆ। ਭੋਗਲ ਜੀ ਤੁਸੀਂ ਨਹੀਂ ਦੇਖੋ, ਪਹਿਲਾਂ ਗੱਲ ਸੁਣੋ ਭੋਗਲ ਜੀ। ਅਸੀਂ ਉਹਨੂੰ ਸਿਆਣਾ ਕਹਿੰਦੇ ਆ ਤੇ ਉਹ ਨਿਆਣੇ ਦੇ ਵਿੱਚ ਨਿਆਣੇਪੁਣੇ ਦੀਆਂ ਗੱਲਾਂ ਹੁੰਦੀਆਂ, ਸਿਆਣੇ ਦੇ ਵਿੱਚ ਸਿਆਣੀਆਂ ਗੱਲਾਂ ਹੁੰਦੀਆਂ। ਭੋਗਲ ਜੀ ਪਹਿਲਾਂ ਅਸੀਂ ਗੱਲ ਤੈਅ ਕਰ ਲਈਏ, ਮੇਰੀ ਗੱਲ ਸੁਣੋ। ਪਹਿਲਾਂ ਜਿਹੜੇ ਫਰੰਟ ਖੋਲੇ ਆਪਾਂ ਉਹਦੀ ਗੱਲ ਕਰ ਲਈਏ, ਉਸ ਤੋਂ ਬਾਅਦ ਅਗਲੀ ਵੀ ਕਰਾਂਗੇ। ਪ੍ਰੋਗਰਾਮ 1 ਘੰਟਾ ਹੋਰ ਚਲਾ ਲਾਂਗੇ ਆਪਾਂ, ਤੁਹਾਡੇ ਨਾਲ ਹੀ ਸਾਰੀ ਦਿਹਾੜੀ ਗੱਲ ਕਰ ਲੈਣੇ। ਮੈਨੂੰ ਇੰਨੀ ਗੱਲ ਦੱਸੋ ਵੀ ਜਿਹੜੀ ਤੁਸੀਂ ਬੱਤੀ ਵਾਲੀ ਗੱਲ ਕਹੀ ਆ,
ਉਹ ਕੀ ਧਰਮ ਦੇ ਹੈ ਖਾਤੇ 'ਚ ਪਾਉਣੀ ਆ ਜਾਂ ਨਹੀਂ ਪਾਉਣੀ? ਨਹੀਂ, ਧਰਮ 'ਚ ਨਹੀਂ ਪਾਉਂਦੇ, ਅਸਭਿਅਕ ਭਾਸ਼ਾ ਬਸ ਵਿੱਚ ਬਸ 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 ਇੱਕ ਆ ਜਾਓ, ਇੱਕ ਆ ਜਾਓ, ਇੱਕ ਮਿੰਟ ਭੋਗਲ ਸਾਹਿਬ, ਇੱਕ ਮਿੰਟ। ਤੁਸੀਂ ਕੰਮ ਕੀ ਕਰਦੇ ਹੋ? ਮੈਂ ਰਿਟਾਇਰ ਹਾਂ ਜੀ। ਪਹਿਲਾਂ ਕੀ ਕਰਦੇ ਸੀ? ਤੇ ਪਹਿਲਾਂ ਮੈਂ ਫੈਕਟਰੀ ਕੰਮ ਕਰਦਾ ਰਿਹਾ, ਪਰਕਨ 'ਚ ਕੰਮ ਕੀਤਾ। ਅੱਛਾ, ਤੁਸੀਂ ਫੈਕਟਰੀ 'ਚ ਕੰਮ ਕੀਤਾ ਜੀ। ਫੈਕਟਰੀ ਦੇ ਵਿੱਚ ਜਿਹੜਾ ਤੁਹਾਡਾ ਰੋਜੀ ਆ, ਠੀਕ ਹੈ, ਤੁਸੀਂ ਆਪਣੀ ਰੋਜੀ ਤੇ ਲੱਗੇ ਆ, ਨਾਲ ਦਾ ਬੰਦਾ ਸਲੇਟ ਤੇ ਲਿਖ ਕੇ ਆ ਜਾਵੇ ਵੀ ਤੂੰ ਗਰਦਾਰ ਆ, ਤੁਸੀਂ ਕੀ ਕਹੋਗੇ ਵੀ ਜਦ ਮੈਨੂੰ ਭਾਈ ਆਪਣਾ ਕੰਮ ਕਰਨ ਦੇ, ਮੈਂ ਤਾਂ ਤੂੰ ਕੰਮ ਤੋਂ ਉਠਾ ਰਿਹਾ ਮੈਨੂੰ? ਤੂੰ ਸਮਝ ਆਈ ਨਾ? ਇੱਕ ਗੁਰਦਾਸ ਮਾਨ ਦਾ ਇੱਕ ਕੰਮ ਆ ਉਹ ਜਿਹੜਾ ਟੋਰਾਂਟੋ ਦੇ ਵਿੱਚ ਹੋਇਆ। ਭਾਈ ਸਾਹਿਬ ਤੁਸੀਂ ਪਹਿਲਾਂ ਮੇਰੀ ਗੱਲ ਸੁਣ ਲਓ ਭਾਜੀ, ਸਪੋਰਟ ਨਾ ਕਰੋ। ਸਪੋਰਟ ਨਹੀਂ ਕਰ ਰਹੇ ਅਸੀਂ, ਸਪੋਰਟ ਨਹੀਂ ਕਰ ਰਹੇ ਅਸੀਂ, ਗੱਲ ਕਰ ਰਹੇ। ਨਹੀਂ ਗੱਲ ਨਹੀਂ, ਅਸੀਂ ਅੱਖਾਂ ਬੰਦ ਕੇ ਥੋੜੀ ਗੱਲ ਕਰਾਂਗੇ, ਅੱਖਾਂ ਖੋਲ ਕੇ ਗੱਲ ਕਰਾਂਗੇ। ਮੈਂ ਤੁਹਾਨੂੰ ਇਹ ਕਹਿ ਰਿਹਾ, ਦੇਖੋ ਇੱਥੋਂ ਗੱਲ ਪਹਿਲਾਂ ਭੋਗਲ ਜੀ ਗੱਲ ਸੁਣੋ। ਤੁਸੀਂ ਕਹਿੰਦੇ ਵੀ ਬੱਤੀ ਉਹਨਾਂ ਨੇ ਕਹੀ ਆ, ਇਹ ਮਾੜੀ ਸ਼ਬਦਾਵਲੀ ਆ, ਮੈਂ ਮੰਨਦਾ, ਲੇਕਿਨ ਇਹ ਧਰਮ ਨਾਲ ਸੰਬੰਧਿਤ ਨਹੀਂ ਹੈ। ਮੈਂ ਕਦ ਕਿਹਾ ਧਰਮ ਨਾਲ? ਇਹ ਤੋਂ ਪਹਿਲਾਂ ਕਿਹਾ ਤੁਹਾਡੇ ਕਿਸੇ ਕਾਲਰ ਨੇ ਕਿਹਾ ਵੀ ਧਰਮ ਨਾਲ ਸੰਬੰਧਿਤ ਹੈਗੀ ਆ, ਉਹ ਸਰਚ ਕਰ ਰਿਹਾ। ਸੁਣ ਲਓ ਗੱਲ ਦੂਸਰੀ ਗੱਲ ਸੁਣੋ ਭਾਜੀ, ਦੂਜੀ ਗੱਲ ਸੁਣੋ, ਪੰਜਾਬੀ ਮਾਂ ਬੋਲੀ ਦੀ ਨਹੀਂ ਕੱਟਣਾ ਨਹੀਂ, ਪੰਜਾਬੀ ਮਾਂ ਬੋਲੀ ਦੀ ਗੱਲ ਸੁਣੋ ਜੀ, ਮੇਰੀ ਗੱਲ ਸੁਣੋ ਭੋਗਲ ਸਾਹਿਬ। ਮੇਰੇ ਬੱਚੇ ਇੱਥੇ ਇੰਗਲਿਸ਼ ਪੜ੍ਹਦੇ ਆ, ਮੈਂ ਉਹਨੂੰ ਗੁਰੂ ਘਰ ਲੈ ਕੇ ਜਾਣਾ, ਔਰ ਉਹ ਪੰਜਾਬੀ BA ਵਾਂਗੂ ਕਰਨਗੇ, ਪੜ੍ਹਦੇ ਆ ਉਹ। ਜਿਹੜਾ ਇੰਡੀਆ 'ਚ ਰਹਿ ਰਿਹਾ ਪੰਜਾਬ ਦਾ ਬੰਦਾ, ਉਹ ਅੰਗਰੇਜ਼ੀ ਪੜ੍ਹਾ ਰਿਹਾ ਆਪਣੇ ਬੱਚੇ ਨੂੰ। ਜਿੰਨੇ ਵੀ ਬੱਚੇ ਮੇਰੇ ਪਿੰਡ ਦੇ ਵਿੱਚ ਸਿਰਫ ਉਹ ਸਕੂਲ ਦੇ ਵਿੱਚ ਬੈਠੇ ਆ ਜਿਹੜੇ ਬਈਏ ਆਏ ਹੋਏ ਨੇ ਪੰਜਾਬੀ ਕੋ, ਜਿਹੜਾ ਮਰਜ਼ ਵੀ ਮੇਰੇ ਆਪਣੇ ਘਰ ਦੇ ਵਿੱਚ ਕਰਜ਼ਾ ਚੱਕ ਕੇ ਕੁੜੀਆਂ ਨੂੰ ਇੰਗਲਿਸ਼ ਸਕੂਲੇ ਪੜ੍ਹਾਇਆ ਜਾ ਰਿਹਾ। ਤੁਸੀਂ ਕਿਹੜੀ ਗੱਲ ਕਰ ਰਹੇ? ਇਹ ਪੰਜਾਬੀ ਸਿਰ ਮਾਤੜਾਂ ਲਈ ਰੱਖੀ ਹੋਈ ਆ। ਪੰਜਾਬੀ ਜਿਹੜੀ ਬਣਨੀ ਚਾਹੀਦੀ, ਅਸੀਂ ਵੀ, ਮੈਂ ਰਾਈਟਰ ਆ ਪੰਜਾਬੀ ਦਾ, ਸਾਨੂੰ ਪਤਾ ਸਾਡੇ ਜਿਹੜੇ ਜਿੰਨੇ, ਪਹਿਲਾਂ ਗੱਲ ਸੁਣ ਲਓ ਭਾਜੀ, ਬਾਦਲ ਦਾ ਮੁੰਡਾ ਬਾਹਰ ਪੜਿਆ, ਕੈਪਟਨ ਦਾ ਮੁੰਡਾ ਬਾਹਰ ਪੜਿਆ, ਜਿੰਨੇ ਰਾਈਟਰ ਆ, ਜਿੰਨੇ ਵੱਡੇ ਰਾਈਟਰ, ਸਾਰਿਆਂ ਦੇ ਮੁੰਡੇ ਕੈਨੇਡਾ 'ਚ ਆ। ਇਹ ਸਿਰਫ ਸਾਡੇ ਗਰੀਬਾਂ ਲਈ ਰੱਖੀ ਹੋਈ ਆ। ਨਹੀਂ ਤੁਸੀਂ ਯਾਰ ਕਿੱਧਰ ਨੂੰ ਲਈ ਜਾਂਦੇ ਗੱਲ? ਕਿੱਧਰ ਗੱਲ ਸਹੀ ਜਾ ਰਹੀ ਆ? ਗੱਲ ਬਿਲਕੁਲ ਸਹੀ ਜਾ ਰਹੀ ਆ। ਬਾਹਰ ਆ ਕੇ ਸਾਨੂੰ ਪੰਜਾਬੀ ਯਾਦ ਆਉਂਦੀ, ਉੱਥੇ ਨਹੀਂ ਆਉਂਦੀ। ਉੱਥੇ ਸਾਡੇ ਭਈਏ ਕੰਮ ਕਰਦੇ ਆ। ਮੈਂ ਤਾਂ ਰੋਜ਼ ਤੁਸੀਂ ਦੋ ਗੱਲਾਂ ਦੇਖੋ, ਤੁਸੀਂ ਇਹਨੂੰ ਧਰਮ ਨਾਲ ਨਹੀਂ ਮੋੜ ਸਕਦੇ। ਮੈਂ ਕਹਿੰਦਾ, ਮੈਂ ਮੰਨਦਾ ਕਿ ਉਹਨਾਂ ਨੇ ਜਿਹੜੀ ਗੁਰੂਆਂ ਦੇ ਨਾਲ ਉਹਨਾਂ ਨੇ ਤੁਲਨਾ ਕੀਤੀ, ਉਹ ਬਿਲਕੁਲ ਗਲਤ ਆ। ਉਹ ਸੱਟਾ ਪੀਣ ਵਾਲਾ ਆਦਮੀ, ਉਹ ਕਦੀ ਵੀ ਨਹੀਂ ਗੁਰੂਆਂ ਦੇ ਮੁਕਾਬਲੇ ਹੋ ਸਕਦਾ, ਉਹ ਬਿਲਕੁਲ ਮੁੱਢੋਂ ਗਲਤ ਹੈ। ਸੀਗਾ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਇੱਕ ਗਲਤੀ ਤੇ ਬਦਮਾਸ਼ੀ 'ਚ ਮੈਂ ਤੁਹਾਨੂੰ ਡਿਫਰੈਂਸ਼ੀਏਟ ਕਰ ਦਿੱਤਾ। ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਨਿਆਣਾ ਤੇ ਸਿਆਣਾ ਕੌਣ ਹੁੰਦਾ। ਫਿਰ ਤੁਸੀਂ ਦੱਸਿਓ ਵੀ ਇਹ ਸਿਆਣਾ ਆ ਕਿ ਨਿਆਣਾ ਆ ਕਿ ਦੋ ਲਫ਼ਜ਼ ਸਾਰਿਆਂ ਨੂੰ ਪਤਾ। ਇੱਕ ਨਿਆਣਾ ਹੁੰਦਾ ਛੋਟੀ ਉਮਰ ਵਾਲਾ, ਮੈਂ ਗੱਲ ਕਰਨ ਲੱਗਾ ਤੁਸੀਂ ਵਿੱਚੋਂ ਟੋਕ ਦਿੱਤਾ ਸੀਗਾ। ਉਹ ਨਿਆਣਾ ਹੁੰਦਾ ਛੋਟੀ ਉਮਰ ਵਾਲਾ, ਉਹਨੂੰ ਨਿਆਣਾ ਕਹਿੰਦੇ ਆ, ਨਿਆਣੇ ਵਰਗੇ ਕੰਮ ਕਰਦਾ। ਇੱਕ ਸਿਆਣਾ ਹੁੰਦਾ ਜਿਹਦੀ ਉਮਰ ਬਹੁਤ ਵੱਡੀ ਹੁੰਦੀ ਆ, ਤੇ ਉਹ ਤੇ ਆਸ ਵੀ ਹੁੰਦੀ ਵੀ ਇਹ ਸਿਆਣਾ ਆ, ਸਿਆਣੀ ਗੱਲ ਕਰੂਗਾ, ਵੱਡੀ ਉਮਰ ਦਾ ਆ। ਇੱਕ ਤੀਸਰਾ ਸ਼ਬਦ ਹੋਰ ਆ, ਇਆਣਾ। ਨਿਆਣਾ ਤੇ ਸਿਆਣਾ ਆਪਾਂ ਜਾਣਦੇ ਆ। ਜਿਹੜਾ ਇਆਣਾ ਸ਼ਬਦ ਆ ਗੁਰਬਾਣੀ 'ਚ ਵਰਤਿਆ ਗੁਰੂ ਨਾਨਕ ਪਾਤਸ਼ਾਹ ਨੇ, ਮੈਂ ਦੱਸੂਗਾ ਉਹਦਾ ਮਤਲਬ ਕੀ ਹੁੰਦਾ। ਇਆਣੇ ਦਾ ਮਤਲਬ ਉਹ ਹੁੰਦਾ ਜਿਹਦੀ ਉਮਰ ਵੱਡੀ ਹੋਵੇ, ਸਿਆਣਾ ਹੋਵੇ, ਉਹ ਦੇਖਣ ਨੂੰ ਉਮਰ ਕਰਕੇ ਵੀ ਸਿਆਣਾ ਹੋਵੇ, ਪਰ ਉਹਦੇ ਅੰਦਰ ਸਿਆਣੀ ਕੋਈ ਗੱਲ ਨਾ ਹੋਵੇ, ਸਿਆਣਿਆਂ ਵਾਲੀ ਕੋਈ ਗੱਲ ਨਾ ਹੋਵੇ, ਉਹਨੂੰ ਕਹਿੰਦੇ ਨੇ ਇਆਣਾ। ਜਿਹੜਾ ਦੇਖਣ ਨੂੰ ਉਮਰ 'ਚ ਵੱਡਾ ਹੋਵੇ, ਗੱਲੀ ਬਾਤੀ ਵੱਡਾ ਹੋਵੇ, ਪਰ ਅੰਦਰ ਕੋਈ ਵਡਿਆਈ ਵਾਲੀ ਗੱਲ ਨਾ ਹੋਵੇ, ਉਹਨੂੰ ਇਆਣਾ ਕਹਿੰਦੇ ਨੇ। ਮੈਂ ਤੁਹਾਨੂੰ ਸ਼ਬਦ ਦੱਸਦਾ ਪੜ੍ਹ ਕੇ, 2 ਲਾਈਨਾਂ ਸਿਰਫ। ਹੋਏ ਇਆਣਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 'ਚ ਹੋਏ ਇਆਣਾ, ਕਰੇ ਕੰਮ ਆ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵਿਰਾਸ। ਉਹ ਇਆਣਾ ਇਦਾਂ ਦੇ ਕੰਮ ਕਰਦਾ, ਨਾਲ ਇਆਣੇ ਦੋਸਤੀ ਕਬੂ ਨਾ ਆਵੇ ਰਾਸ। ਨੱਚਦਾ, ਲੋਕਾਂ ਨੂੰ ਗਾਣੇ ਲਾਉਣ ਲਾਤਾ ਆ, ਤੇ ਨਾਲ ਦੂਆ ਕੰਮ ਵੀ ਕਰ ਦਿੰਦਾ ਆ, ਜਿੱਥੇ ਪੁਆੜਾ ਖੜਾ ਹੋ ਜਾਂਦਾ ਆ। ਇਹ ਇਆਣੇ ਦੀ ਮੈਂ ਤੁਹਾਨੂੰ ਡੈਫੀਨੇਸ਼ਨ ਪਰਿਭਾਸ਼ਾ ਦੱਸ ਦਿੱਤੀ ਆ। ਇਹ ਨਿਆਣਾ ਨਹੀਂ ਹੈ, ਇਹ ਨਾ ਨਿਆਣਾ ਆ, ਇਹ ਨਾ ਸਿਆਣਾ ਆ, ਇਹ ਇਆਣਾ ਆ। ਇਹ ਕਿਉਂਕਿ ਵੱਡੀ ਉਮਰ ਵਾਲਾ ਹੋਣ ਦੇ ਬਾਵਜੂਦ ਵੀ ਇਹ ਨਿਆਣੇ ਵਾਲੇ ਕੰਮ ਕਰਦਾ, ਇਹਨੂੰ ਤਾਂ ਇਆਣਾ ਸ਼ਬਦ ਵਰਤਿਆ ਗੁਰੂ ਨਾਨਕ ਨੇ। ਇਆਣਾ ਹੁੰਦਾ ਨਾ ਨਿਆਣਾ ਹੁੰਦਾ, ਉਹ ਨਾ ਸਿਆਣਾ ਹੁੰਦਾ, ਉਹ ਇਆਣਾ ਹੁੰਦਾ। ਸਿਆਣਾ ਹੋ ਕੇ ਵੀ ਭੋਗਲ ਜੀ ਗੱਲ ਸੁਣੋ, ਇੱਕ ਮਿੰਟ ਗੱਲ ਸੁਣੋ। ਇਹ ਗਾਂ ਵੀ ਲਿਖਿਆ ਕਿ ਨਾਲ ਇਆਣੇ ਦੋਸਤੀ ਕਬੂ ਨਾ ਆਵੇ ਰਾਸ। ਬਿਲਕੁਲ। ਮੈਂ ਹੁਣ ਇਹ ਬੇਨਤੀ ਕਰ ਦੇਵਾਂ ਕਿ ਅਸੀਂ ਹੈਗੇ ਇਆਣੇ, ਤੇ ਸਾਡੇ ਨਾਲ ਦੋਸਤੀ ਰਹਿਣ ਦਿਓ। ਰੀਜ਼ਨ ਇਹ ਆ ਵੀ ਤੁਸੀਂ ਗੱਲ ਨੂੰ ਲੈ ਗਏ ਆ ਹੋਰ ਪਾਸੇ। ਮੈਂ ਇੰਨਾ ਪੁੱਛਿਆ ਵੀ
ਧਰਮ ਦੇ ਆਧਾਰ ਤੇ ਉਹਨੇ ਇੱਕ ਗਲਤੀ ਕੀਤੀ ਉਹ ਤਾਂ ਆ। ਮੈਂ ਯਾਰ ਤੁਸੀਂ ਦੁਨੀਆ ਸੋਚਦੀ ਹੈ, ਮੈਨੂੰ 20 ਟੈਲੀਫੋਨ ਆ ਜਾਣੇ ਹੁਣ। ਕੋਈ ਗੱਲ ਨਹੀਂ, ਭਾਵੇਂ 100 ਆ ਜਾਵੇ, ਨਾਲ ਧਰਮ ਦੇ ਆਧਾਰ ਤੇ ਉਹਨਾਂ ਨੇ ਪਹਿਲੀ ਗਲਤੀ ਕੀਤੀ ਆ, ਜਿਹੜੀ ਉਹਨਾਂ ਨੇ ਬਿਲਕੁਲ ਉਹਨਾਂ ਦੀ ਗਲਤੀ ਆ, ਉਹਨਾਂ ਨੇ ਮਾਫੀ ਮੰਗੀ ਆ, ਕੰਨ ਫੜ ਕੇ ਮਾਫੀ ਮੰਗੀ ਆ, ਜਿੰਨਾ ਉਹਨਾਂ ਨੇ ਕੰਮ ਕੀਤਾ। ਗੱਲ ਸੁਣੋ ਜੀ, ਮੰਗਣੀ ਨਹੀਂ, ਪ੍ਰੈਸ਼ਰ ਪਿਆ, ਜ਼ੋਰ ਪਿਆ ਤੇ ਹੋਰ ਉਹਨੂੰ ਚਾਰਜ ਕਰ ਲਿਆ, ਚਾਰਜ ਸ਼ੀਟ ਵੀ ਹੋ ਗਈ ਆ। ਦੇਖੋ ਇਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ, ਭਖ ਦੇ ਮਸਲੇ ਨਾਲ ਸਾਡਾ ਕੋਈ ਵਾਸਤਾ ਨਹੀਂ ਭਾਜੀ। ਹੈਲੋ, ਹਾਂਜੀ, ਭਖ ਦੇ ਮਸਲੇ ਦੇ ਵਿੱਚ ਅਸੀਂ ਤੁਹਾਨੂੰ ਇਹ ਬਾਰ ਕਹਿੰਦੇ ਕਿ ਸਾਡਾ ਕੋਈ ਕਿਸੇ ਜਾਤ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਜਿਹੜਾ ਗਲਤ ਹੋਊਗਾ ਅਸੀਂ ਇੱਥੇ ਗੱਲ ਕਰਨੀ ਆ, ਅਸੀਂ ਉਹ ਗੱਲ ਕੀਤੀ ਆ, ਗੱਲ ਕਰਨ ਵਾਸਤੇ ਦਾ ਅਸੀਂ ਉਹ ਗੱਲ ਕਰ ਦਿੱਤੀ ਆ। ਉਸ ਤੋਂ ਬਾਅਦ ਦਾ ਜਿਹੜਾ ਦੇਖੋ ਪਰਸੋਂ ਕੀ ਹੋਇਆ, ਚੌਥ ਕੀ ਆ, ਉਹ ਗੱਲਾਂ ਨਾ ਕਰੋ, ਉਹਦਾ ਫਾਇਦਾ ਕੋਈ ਨਹੀਂ, ਉਹ ਹੈ ਹੀ ਨਹੀਂ। ਇੱਥੇ ਤੁਹਾਡੇ ਤੋਂ ਪਹਿਲਾਂ ਫੋਨ ਆਇਆ ਵੀ ਧਰਮ ਦੇ ਆਧਾਰ ਤੇ ਉਹ ਗਲਤੀਆਂ ਕਰੀ ਜਾਂ, ਧਰਮ ਦੇ ਆਧਾਰ ਤੇ ਉਹਨੇ ਇੱਕ ਗਲਤੀ ਕੀਤੀ ਆ, ਪੰਜਾਬੀ ਬੋਲੀ ਨੂੰ ਲੈ ਕੇ ਉਹਨੂੰ ਜਿਹੜਾ ਫੈਸਲਾ ਲਿਆ ਉਹ ਇੱਕ ਦੇਸ਼ ਦਾ ਫੈਸਲਾ। ਇੱਥੇ ਵੀ ਇੱਕੋ ਇੰਗਲਿਸ਼ ਆ, ਇੱਥੇ ਵੀ ਇੱਕੋ ਇੰਗਲਿਸ਼ ਪੜ੍ਹਦੇ ਹਾਂ ਅਸੀਂ। ਜਿਸ ਬੰਦੇ ਨੂੰ ਜੇ ਸਾਨੂੰ ਅੰਗਰੇਜ਼ੀ, ਅਸੀਂ ਪੰਜਾਬੀ ਦੇ ਵਿੱਚ ਚਿੱਠੀਆਂ ਲਿਖਦੇ ਹੁੰਦੇ ਸੀ, ਇੱਥੇ ਐਡਰੈਸ ਵੀ, ਜੇ ਅਸੀਂ ਵੀ 4 ਅੱਖਰ ਸਿੱਖੇ ਹੁੰਦੇ ਇੰਗਲਿਸ਼ ਦੇ, ਸ਼ਾਇਦ ਅਸੀਂ ਵੀ ਕੋਈ ਤਰੱਕੀ ਕਰ ਲੈਂਦੇ। ਪੰਜਾਬੀ ਤਾਂ ਅਸੀਂ ਸਿੱਖੀ ਹੋਈ ਆ। ਛੋਟੇ ਵੀਰ ਗੱਲ ਸੁਣਿਓ, ਕਿੱਥੇ ਇਹਨੂੰ ਅੱਛਾ ਇਹਨੂੰ ਕੀ ਜਿਹੜਾ ਹੰਡਿਆ ਹੋਇਆ ਬੰਦਾ ਤੁਸੀਂ ਕਹੀ ਜਾਂਦੇ ਬੜੀ ਦੇਣ ਹੈ ਇਹਦੀ ਪੰਜਾਬੀ ਨੂੰ, ਗਾਣਿਆ ਇਹ ਉਹ ਸਾਰਾ ਕੁਝ ਕਹੀ ਮੰਨ ਲਓ, ਚਲੋ ਸਾਰਾ ਕੁਝ, ਪਰ ਜਿਸ ਬੰਦੇ ਨੂੰ 10 ਗੁਰੂਆਂ ਦੇ ਨਾਂ ਦਾ ਨਹੀਂ ਪਤਾ, 50 ਪਿਆਰਿਆਂ ਦੇ ਨਾਂ ਦਾ ਪਤਾ, 4 ਸਾਹਿਬਜ਼ਾਦਿਆਂ ਦੇ ਨਾਂ ਦਾ ਨਹੀਂ ਪਤਾ, ਸਿੱਖ ਧਰਮ ਬਾਰੇ ਜਾਂ ਖਾਲਸਾ। ਅੱਛਾ ਤੁਸੀਂ ਭੋਗਲ ਜੀ 1 ਮਿੰਟ ਹੁਣ ਹੋਲਡ ਕਰਿਓ। ਭੋਗਲ ਜੀ ਗੱਲ ਸੁਣੋ, ਉਹਨੂੰ ਕੀ ਭੋਗਲ ਜੀ 1 ਮਿੰਟ, ਭੋਗਲ ਜੀ ਗੱਲ ਸੁਣੋ, ਅੱਗੇ ਚੱਲੋ, ਛੱਡੋ। ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ 10 ਗੁਰੂਆਂ ਦੇ ਨਾਂ ਪਤਾ ਆ? ਤੇ ਪਤਾ ਤੇ ਬਗੈਰ ਕਹਿੰਦੇ ਆ। ਓਕੇ, ਮੈਨੂੰ ਇਹ ਦੱਸੋ ਬਈ 8ਵੇਂ ਗੁਰੂ ਦੀ ਤੇ 5ਵੇਂ ਗੁਰੂ ਦੀ ਕੀ ਰਿਸ਼ਤੇਦਾਰੀ ਆ? ਤੇ ਮੈਂ ਤੁਹਾਨੂੰ ਦੱਸਦਾ ਵੀ ਮੈਂ ਹੁਣ ਮੇਰਾ ਬਸ ਕਰੋ ਜੀ, ਬਸ ਕਰੋ, ਇੰਨਾ ਠੇਕਾ ਨਹੀਂ ਲਿਆਉਂਦਾ ਸਾਰਿਆਂ ਨੇ। ਮੈਂ ਕਹਿੰਦਾ ਦੱਸੋ ਕਿਹੜਾ ਕੌਣ ਕਿਹਦਾ ਕੁੜਮ ਲੱਗਦਾ ਸੀ, ਕਿਹੜਾ ਭਾਈਵਾਲੀ ਆ, ਦੱਸ ਸਕਦੇ ਤੁਸੀਂ? ਚਲੋ ਅੱਗੇ ਚਲੋ ਤੁਸੀਂ ਮੈਨੂੰ ਨਹੀਂ ਇਹ ਗੁਰਦਾਸ ਮਾਨ ਨੂੰ ਪਤਾ ਹੋਵੇ ਨਾ ਪਵੇ, ਉਹਨੂੰ ਕਹੇ ਟਿੱਠੇ ਖੂਚ, ਸਾਨੂੰ ਇਹਨਾਂ ਕੀ ਮਤਲਬ ਹੈ? ਪਤਾ ਤੁਸੀਂ ਗੁਰਦਾਸ ਮਾਨ ਨੂੰ ਸਪੋਰਟ ਕਰਦੇ ਆ? ਨਹੀਂ ਮੈਂ ਸਪੋਰਟ ਕਰਦਾ ਨਹੀਂ, ਮੈਂ ਕਹਿੰਦਾ ਵੀ ਗੁਰਦਾਸ ਮਾਨ ਭਵੇ ਟਿੱਠੇ ਖੂਚ, ਜੇ ਉਹ ਸਾਨੂੰ ਉਹਦੇ ਕੀ ਮਤਲਬ ਹੈ? ਕਿਹਨੂੰ ਨਹੀਂ ਜਾਣਦਾ, ਕਿਹਨੂੰ ਜਾਣਦਾ? ਜਿਹੜੀ ਗੱਲ ਗਲਤ ਆ ਅਸੀਂ ਗਲਤ ਨਾਲ ਖੜੇ, ਜਿਹੜੀ ਸਹੀ ਆ ਉਹ ਸਹੀ। ਜਿਹੜੀ ਟੋਰਾਂਟੋ 'ਚ ਹੋਈ ਆ, ਜਿਹੜੀ ਲੰਡਨ, ਜਿਹੜੀ ਕੈਨੇਡਾ 'ਚ ਗੱਲ ਹੋਈ ਆ, ਉਹ ਬਿਲਕੁਲ ਸਹੀ ਆ, ਉਹ ਗੁਰਦਾਸ ਮਾਨ ਦੇ ਪੱਖ ਜਾਂਦੀ ਹੈ। ਗੁਰਦਾਸ ਮਾਨ ਨੂੰ ਹਰਾਸਮੈਂਟ ਕੀਤਾ ਗਿਆ ਉੱਤੇ। ਜਿਹੜੀ ਆਹ ਗੱਲ ਹੈ ਅਸੀਂ ਕਹਿੰਦੇ ਵੀ ਗੁਰਦਾਸ ਮਾਨ ਤੋਂ ਗਲਤੀ ਹੋਈ। ਹਰਾਸਮੈਂਟ ਨੂੰ ਉਹਨੂੰ ਕੀ ਹੱਕ ਹੋਇਆ ਅਸਭਿਅਕ ਭਾਸ਼ਾ ਬੋਲਣ ਦੀ? ਯਾਰ ਫਿਰ ਉਹ ਕਿਉਂ ਇਦਾਂ ਦੀ ਭਾਸ਼ਾ ਬੋਲਦਾ? ਕਿਹੜੀ ਭਾਸ਼ਾ? ਦੱਸ, ਗੰਦੀ ਗਾਲ ਕੱਢੀ ਕੋਈ? ਤੁਹਾਨੂੰ ਇਹ ਪਤਾ ਉੱਤੇ ਲਿਖਿਆ ਕੀ ਸੀ? ਜਿਹੜੇ ਉਹ ਲੈ ਕੇ ਆਏ ਸੀ ਉੱਤੇ ਕੀ ਲਿਖਿਆ ਸੀ ਪਤਾ ਤੁਹਾਨੂੰ? ਉਹ ਛੱਡੋ ਯਾਰ, ਨਹੀਂ ਛੱਡੋ ਯਾਰ, ਕਿ ਤੂੰ ਉੱਤੇ ਲਿਖਿਆ ਸੀ ਗੁਰਦਾਸ ਮਾਨ ਗੁਰਦਾਰ। ਉਹ ਗੁਰਦਾਰ ਆ ਪੰਜਾਬੀ ਦਾ, ਜਿਹਨੇ 40 ਸਾਲ ਤੋਂ ਕੰਮ ਕੀਤਾ ਪੰਜਾਬੀ ਲਈ, ਉਹ ਗਰਦਾਰ ਹੋ ਗਿਆ। ਉਹਨੂੰ ਕਿਹਾ ਵੀ ਇਹ ਗਰਦਾ, ਇਹਦੀ ਜਿਹੜੀ ਪੂਰੀ ਆ, ਮੈਂ ਵੀ ਕਹੂੰਗਾ ਜੇ ਮੈਨੂੰ ਕੋਈ ਕਹੇਗਾ ਤਾਂ। ਬਿਠਾ ਦਿੱਤਾ ਉਹਨੂੰ ਕਹਿੰਦਾ ਹਿੰਦੀ ਹੋਣੀ ਚਾਹੀਦੀ ਆ, ਏਦਾਂ ਬੋਲਦਾ ਸੀਗਾ ਉਹ, ਜਿੱਦਾਂ ਜੋ ਕੁਝ ਭਾਜੀ ਉਹ ਇੱਕ ਆਮ ਆਦਮੀ ਆ, ਉਹ ਇੱਕ ਆਮ ਬੰਦਾ, ਉਹ ਇੱਕ ਆਮ ਸਿੰਗਰ ਆ। ਥੋੜੀ ਜਿਹੀ ਕੁਝ ਅਕਲ ਨੂੰ ਹੱਥ ਮਾਰ। ਉਦੋਂ ਵੀ ਕਿਹਾ ਵੀ ਜਿਸ ਪੰਜਾਬੀ ਦਾ ਖਾ ਕੇ ਸਾਰੀ ਉਮਰ ਜਿਸ ਥਾਲੀ 'ਚ ਖਾਈਦਾ ਉਹ ਛੇਕ ਨਹੀਂ ਕਰੀਦਾ। ਅੱਛਾ ਹੁਣ ਸੁਣ ਲਓ ਫਿਰ 1 ਮਿੰਟ ਲਈ, ਆ ਜਰਾ ਹੁਣ ਗੱਲ ਸੁਣਿਓ ਮੇਰੀ। ਵੀ ਜਿਸ ਬਾਦਲ ਦੇ ਜਦੋਂ ਅਟੈਕ ਕੀਤਾ ਜਲਿਆਂਵਾਲੇ ਬਾਗ ਦੇ ਉੱਤੇ, ਹਰਮੰਦਰ ਸਾਹਿਬ ਜਾ ਕੇ ਉਹਨੂੰ ਸਰੂਪਾ ਦਿੱਤਾ ਜਿਹਨੇ ਅਟੈਕ ਕੀਤਾ, ਉਦੋਂ ਬਾਅਦ ਜਿਹੜੀ ਅੱਜ ਕੀ ਆ ਮਜੀਠੀਏ ਦੇ ਘਰ ਉਹਨੂੰ ਰਾਤ ਦਾ ਖਾਣਾ ਖਿਲਾਇਆ। ਤੁਸੀਂ ਸਾਰੀ ਉਮਰ ਵੋਟਾਂ ਉਹਨੂੰ ਦੇ ਕੇ ਬੈਠੇ ਆ, ਉਹਨੂੰ ਵਿਚਾਰੇ ਨੇ ਕਹਿ ਦਿੱਤਾ ਤੇ ਤੁਸੀਂ ਦੁਆਲੇ ਹੋ ਗਏ। ਮੈਂ ਕਹਿੰਦਾ ਵੀ ਜਿਹੜਾ ਧਰਮ ਦੇ ਆਧਾਰ ਤੇ ਗਲਤੀ, ਉਹ ਗਲਤੀ ਆ, ਮੈਂ ਮੰਨਦਾ। ਮੈਂ ਤਾਂ ਅਸੀਂ ਇਹਨਾਂ ਗੱਲਾਂ ਦੇ ਖਿਲਾਫ ਬੋਲਦੇ ਆ। ਜਿਹੜਾ ਕੰਮ ਤੁਹਾਨੂੰ ਵੀਰ ਜੀ, ਜਿਹੜੇ ਕੰਮ ਅਸੀਂ ਗਲਤ ਨੂੰ ਗਲਤ ਕਹਿੰਦੇ ਆ, ਤੁਸੀਂ ਮੈਨੂੰ ਵੀ ਨਾਲੇ ਲਈ ਜਾਂਦੇ ਆ। ਮੈਂ ਤਾਂ ਕਹਿੰਦਾ ਜੀ, ਮੈਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਇੱਥੇ ਫੱਟੀਆਂ ਫੜੀ ਫਿੱਟੇ ਆ ਬਾਦਲ ਦੇ ਪੱਖ 'ਚ। ਲੋਕਾਂ ਨੂੰ ਕੌਣ? ਮੈਨੂੰ ਨਾ ਸਵਾਲ ਕਰੋ। ਅਸੀਂ ਤਾਂ ਜਿਨ੍ਹਾਂ ਨੇ ਆਹ ਕੰਮ ਗਦਾਰੀ ਦਾ ਕੰਮ ਕੀਤਾ ਕਹਿੰਦੇ ਆ ਕਿ ਪੰਜਾਬ ਦਾ ਬੁਰਾ ਹਾਲ ਤਾਂ ਹੋਇਆ ਕਿਉਂਕਿ ਆਪਣੀ ਲੀਡਰਸ਼ਿਪ ਨੇ, ਆਪਣੇ ਲੋਕਾਂ ਨੇ ਬੁਰਾ ਹਾਲ ਕੀਤਾ ਪੰਜਾਬ ਦਾ, ਲੁੱਟਿਆ ਤੇ ਕੁੱਟਿਆ। ਰੋਜ਼ ਕਹਿੰਦੇ ਆ ਯਾਰ ਅਸੀਂ ਤਾਂ। ਤੁਸੀਂ ਇੱਕ ਮਿੰਟ, ਚਲੋ ਆਪਾਂ ਹੋਰ ਕੰਮ ਨਿਬੇੜੀਏ। ਤੁਸੀਂ ਅਗਲਾ ਇਸ਼ੂ ਚੱਕ ਇੱਕ ਮਿੰਟ ਭੋਗਲ ਸਾਹਿਬ, ਅਸੀਂ ਭੋਗਲ ਸਾਹਿਬ ਲੰਬੀ ਹੋ ਗਈ ਗੱਲ। ਭੋਗਲ ਜੀ ਤੇ ਮੈਨੂੰ ਇੱਕ ਰੇਡੀਓ ਸਟੇਸ਼ਨ ਵਾਲਾ ਉੱਥੇ ਉਹਨੇ ਸਰਵੇ ਜਿਹਾ ਕਰਾਇਆ ਇੱਕ ਵਾਰੀ। ਭੋਗਲ ਜੀ ਲੰਬੀ ਹੋ ਗਈ ਗੱਲ, ਆਪਾਂ ਇੱਥੇ ਨਿਬੇੜ ਦਈਏ। ਸਾਹਿਬ ਇਹਦੇ ਵਿੱਚ ਤੁਸੀਂ ਹੱਕ ਚੋਂ ਕਿ ਇਹਦੇ ਖਿਲਾਫ ਹੋਇਆ ਜਿਹੜਾ ਗਾਣਾ, ਮੈਂ ਕਿਹਾ ਮੈਂ ਖਿਲਾਫ ਹਾਂ।
ਠੀਕ ਹੈ ਤੁਸੀਂ ਖਿਲਾਫ ਭੋਗਲ ਸਾਹਿਬ ਮੇਰੀ ਇੱਕ ਗੱਲ ਸੁਣੋ ਉਸ ਤੋਂ ਬਾਅਦ ਆਪਾਂ ਮੈਨੂੰ ਦੇਖੋ ਮੈਨੂੰ ਅੰਦਰੋਂ ਫੋਨ ਆ ਰਿਹਾ ਵੀ ਕਾਲਾਂ ਹੋ ਰਿਹਾ, ਮੈਂ ਕੱਟਣਾ ਨਹੀਂ ਚਾਹੁੰਦਾ, ਮੈਂ ਫਿਨਿਸ਼ ਕਰ ਦੇਣਾ, ਮੈਂ ਡਿਸਰੈਸਪੈਕਟ ਨਹੀਂ ਕਰਨੀ ਚਾਹੁੰਦਾ, ਮੈਨੂੰ ਇੱਕ ਗੱਲ ਦਾ ਜਵਾਬ ਦਿਓ ਭੋਗਲ ਜੀ, ਇੱਕ ਗੱਲ ਦਾ ਜਵਾਬ ਦਿਓ ਭੋਗਲ ਜੀ। ਭੋਗਲ ਜੀ ਨਾ ਵੀ ਆਪਣਾ ਪੰਜਾਬ ਹੋਵੇ, ਗੁਰਮਤ ਸਿਧਾਂਤ ਹੋਵੇ, ਆਪਸੀ ਪਿਆਰ ਹੋਵੇ, ਮੰਨ ਗਿਆ ਕਹਿੰਦਾ ਯਾਰ ਸਵਾਦ ਆ ਗਿਆ, ਆਹ ਗਾਣਾ ਬਣਨਾ ਸੀ ਫੇ ਸੱਭਿਆਚਾਰਕ। ਇੱਕ ਮਿੰਟ ਹੁਣ ਭੋਗਲ ਜੀ ਤੁਸੀਂ ਦਮੇ ਖੋਲ ਲਈ, ਇੱਕ ਮਿੰਟ ਭਾਜੀ, ਇੱਕ ਮਿੰਟ ਹੁਣ ਬੋਲਿਓ ਨਾ। ਗੁਰਦਾਸ ਮਾਨ ਨੇ ਕਿਹਾ ਆਪਣਾ ਪੰਜਾਬ ਹੋਵੇ ਤੇ ਘਰ ਦੀ ਸ਼ਰਾਬ ਹੋਵੇ, ਉਹਨੂੰ ਹੋਵੇ ਕਿਹਾ, ਉਹਨੇ ਇਹ ਨਹੀਂ ਕਿਹਾ ਵੀ ਮੈਨੂੰ ਮਿਲ ਦਿਓ। ਤੁਹਾਨੂੰ ਪਤਾ ਵੀ ਕਿੰਨਾ ਸਦੀਕ ਨੇ ਗਾਇਆ ਵੀ ਅੱਖਾਂ ਤਮਾਕੂ ਬਿਨਾ ਮੇਰਾ ਅੱਖ ਨਹੀਂ ਖੁੱਲਦੀ, ਫੀਮ ਖਾਦੇ ਬਿਨਾ ਮੇਰਾ ਤੋੜ ਨਹੀਂ, ਰਾਤ ਨੂੰ दारू ਪੀਤੇ ਬਿਨਾ ਮੇਰਾ ਸਰਦਾ ਨਹੀਂ। ਉਹਨੂੰ ਤੁਸੀਂ ਵੋਟਾਂ ਪਾ ਕੇ ਬੈਠੇ ਸਦੀਕ ਨੂੰ। ਉਹ ਯਾਰ ਇਹ ਤਾਂ ਆਪ ਬਸ ਕਰੋ ਭਾਜੀ, ਹੁਣ ਸਾਰੀ ਉਮਰ ਦੇ ਵਿੱਚ ਇੱਕੋ ਹੀ ਗਾਣਾ ਕਿਹਾ ਵੀ ਹੋਵੇ, ਨਾਲੇ ਇਹ ਨਹੀਂ ਕਿਹਾ ਵੀ ਪੀਣੀ ਆ। ਉਹ ਨਹੀਂ ਯਾਰ ਤੁਸੀਂ ਵਕਾਲਤ ਛੱਡੋ ਯਾਰ, ਵਕਾਲਤ ਨਹੀਂ ਹੈ, ਵਕਾਲਤ ਨਹੀਂ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ। ਲੱਗ ਗਿਆ ਤੁਸੀਂ ਕਿੱਥੋਂ ਬੋਲਦੇ ਆ? ਭੋਗਲ ਜੀ ਮੈਂ ਮੂੰਹ ਚੋਂ ਬੋਲਦਾ, ਸੁਣੋ ਮੇਰੀ ਗੱਲ। ਹੈਲੋ ਚਲੋ ਕੱਟ ਗਏ। ਭੋਗਲ ਜੀ ਜੇ ਤੁਸੀਂ ਮੇਰਾ ਫੋਨ ਮੇਰੀ ਇਹ ਆਵਾਜ਼ ਸੁਣ ਰਹੇ ਤਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਜਿਹੜਾ ਇੱਕ ਤਾਮਿਲਨਾਡੂ 'ਚ ਰਹਿੰਦਾ ਬੰਦਾ ਕੀ ਉਹ ਕੇਰਲਾ 'ਚ ਉਹ ਜ਼ਬਾਨ ਬੋਲ ਸਕਦਾ? ਜਿਹੜਾ ਪੰਜਾਬ 'ਚ ਰਹਿੰਦਾ ਬੰਦਾ ਕੀ ਉਹ ਕੇਰਲਾ 'ਚ ਬੋਲ ਸਕਦਾ? ਕੀ ਹਿਮਾਚਲ ਵਾਲਾ ਕਸ਼ਮੀਰ 'ਚ ਬੋਲ ਸਕਦਾ? ਇਸ ਲਈ ਪੂਰੇ ਦੇਸ਼ਾਂ ਦੇ ਵਿੱਚ, ਚਾਹੇ ਉਹ ਇੰਡੀਆ ਹੋਵੇ, ਚਾਹੇ ਪਾਕਿਸਤਾਨ ਹੋਵੇ, ਚਾਹੇ ਉਹ ਇੰਗਲੈਂਡ ਹੋਵੇ, ਚਾਹੇ ਕੈਨੇਡਾ ਅਮਰੀਕਾ ਹੋਵੇ, ਇੱਕ ਬੋਲੀ ਹੋਣੀ ਚਾਹੀਦੀ ਹੈ, ਭਾਵੇਂ ਪੰਜਾਬੀ ਹੋਵੇ, ਇੰਗਲਿਸ਼ ਹੋਵੇ, ਤਾਮਿਲ ਹੋਵੇ, ਕੋਈ ਵੀ ਹੋਵੇ ਜੀ। ਜੈ ਗੁਰਦੇਵ ਜੈ ਭੀਮ। ਅਗਲੀ ਕਾਲ ਜੀ। ਹੈਲੋ 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 ਹਾਂਜੀ ਹਾਂਜੀ, ਜੈ ਗੁਰਦੇਵ। ਜੈ ਗੁਰਦੇਵ। ਤੁਸੀਂ ਹੋਲਡ ਕਰਨਾ ਜੀ, ਮੈਂ ਪਹਿਲੀ ਗੱਲ ਕਲੀਅਰ ਕਰ ਦਿਆਂ ਤਾਂ ਕਿ ਬਹੁਤ ਸਾਰੇ ਗੱਲਾਂ ਕਰਦੇ ਹੋ ਸਕਦਾ ਦਰਸ਼ਕਾਂ ਨੂੰ ਪਤਾ ਨਾ ਲੱਗਾ ਵੀ ਸਾਡੇ ਕੋਲ ਟਾਈਮ ਵੀ ਥੋੜ੍ਹਾ। ਪਿਆਰੇ ਦਰਸ਼ਕੋ, ਅਸੀਂ ਕਦੀ ਵੀ ਕਿਸੇ ਦਾ ਪੱਖ ਨਹੀਂ ਪੂਰਦੇ, ਅਸੀਂ ਸੱਚ ਦੇ ਆਧਾਰ ਤੇ ਗੱਲ ਕਰਦੇ ਹਾਂ। ਗੁਰਦਾਸ ਮਾਨ ਦੇ ਉਸ ਪ੍ਰੋਗਰਾਮ ਦੇ ਵਿੱਚ ਕੁਝ ਲੋਕਾਂ ਨੇ ਪੰਜਾਬੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ। ਮੈਂ ਅੱਜ ਵੀ ਇਸ ਗੱਲ ਤੇ ਕਹਿੰਦਾ ਕਿ ਚਾਹੇ ਹਿੰਦੀ, ਪੰਜਾਬੀ, ਉਰਦੂ ਜਾਂ ਕੋਈ ਵੀ ਭਾਸ਼ਾ ਹੋਵੇ, ਉਹ ਹੋਣੀ ਚਾਹੀਦੀ ਇੱਕ ਦੇਸ਼ ਦੀ ਇੱਕੋ ਹੀ ਭਾਸ਼ਾ ਹੋਵੇ, ਭਾਵੇਂ ਹਿੰਦੀ ਹੋ ਜਾਏ, ਅੰਗਰੇਜ਼ੀ ਰੱਖ ਲਓ, ਮੈਂ ਕਹਿੰਦਾ ਛੱਡ ਦਿਓ ਹਿੰਦੀ, ਅੰਗਰੇਜ਼ੀ ਰੱਖ ਲਓ, ਅੰਗਰੇਜ਼ੀ ਭਾਸ਼ਾ ਹੋ ਜਾਏ, ਪੰਜਾਬੀ ਹੋ ਜਾਏ, ਪੰਜਾਬੀ ਦਾ ਵੋਟਾਂ ਪਾ ਲਓ, ਪੰਜਾਬੀ ਹੋ ਜਾਏ, ਲੇਕਿਨ ਇੱਕ ਦੇਸ਼ 'ਚ ਇੱਕ ਭਾਸ਼ਾ ਹੋਣੀ ਚਾਹੀਦੀ ਆ। ਇੱਥੇ ਹੁਣ ਮੇਰੇ ਇੰਗਲੈਂਡ 'ਚ ਬੈਠੇ ਇੰਗਲਿਸ਼ ਆ, ਬੈਲਿਸ਼ ਵੀ ਹੈਗੀ ਆ, ਸਕਾਟਿਸ਼ ਵੀ ਹੈਗੀ, ਪਰ ਉਹਨਾਂ ਨੂੰ ਸਾਰਿਆਂ ਨੂੰ ਅੰਗਰੇਜ਼ੀ ਆਉਂਦੀ ਆ। ਇਵੇਂ ਬਾਕੀ ਦੇਸ਼ਾਂ ਵਿੱਚ ਵੀ। ਦੂਸਰੀ ਗੱਲ ਇਹ ਆ ਵੀ ਉਹਦੇ ਪ੍ਰੋਗਰਾਮ ਦੇ ਉੱਤੇ ਕਿਸੇ ਨੇ ਪੂਣੀ ਕੋਈ ਗਰਦਾਰ ਲਿਖਿਆ ਸੀ, ਉਹਨੂੰ ਪੂਣੀ ਬੱਟੀ ਕਹਿ ਦਿੱਤਾ, ਉਹਨੂੰ ਆਪਣਾ ਇਹਦਾ ਨੁਕਸਾਨ ਵੀ ਉਹਨੂੰ ਚੱਲਿਆ। ਅਸੀਂ ਕਿਸੇ ਦੇ ਪੱਖ 'ਚ ਨਹੀਂ ਜਾਂਦੇ। ਜਿਹੜੀ ਆ ਗੁਰੂਆਂ ਨੂੰ ਲੈ ਕੇ ਗੱਲ ਹੋਈ ਆ, ਅਸੀਂ ਬਿਲਕੁਲ ਉਹਨੂੰ ਗਲਤ ਕਿਹਾ ਆ ਔਰ ਉਹਨਾਂ ਨੇ ਮਾਫੀ ਵੀ ਮੰਗੀ ਆ, ਜਿੱਥੇ ਤੱਕ ਮੈਨੂੰ ਪਤਾ। ਇਸ ਤੋਂ ਬਾਅਦ ਸਿੱਖ ਧਰਮ ਦੇ ਲੋਕ ਜਿਹੜੇ ਆ ਉਹ ਉਹਦੇ ਨਾਲ ਇੱਕ ਕਿਹੜੇ ਕੇਸ ਕਰਦੇ, ਕਿਹੜਾ ਅਰੈਸਟ ਕਰਾਉਂਦੇ, ਇਹ ਉਹਨਾਂ ਦੀਆਂ ਗੱਲਾਂ, ਸਾਡਾ ਥੋੜ੍ਹੀ ਕੋਈ ਲੈਣ ਦੇਣਾ ਇਹਦੇ ਵਿੱਚ। ਸੋ ਇਸ ਕਰਕੇ ਅਸੀਂ ਇਸ ਪ੍ਰੋਗਰਾਮ ਪੱਖ ਦੇ ਮਸਲਾ ਲਿਆਉਂਦੇ ਹਾਂ, ਉੱਦਾਂ ਤੁਹਾਡੇ ਨਾਲ ਡਿਸਕਸ ਕਰਦੇ, ਅਸੀਂ ਕਿਸੇ ਦੇ ਪੱਖ 'ਚ ਨਹੀਂ ਜਾਂਦੇ ਜੀ। ਜੈ ਗੁਰਦੇਵ ਜੈ ਭੀਮ ਜੀ। ਹੈਲੋ ਹਾਂਜੀ ਜੀ ਹਾਂਜੀ, ਉਹ ਮੈਂ ਇਹੀ ਗੱਲ ਕਰਨੀ ਸੀਗੀ ਇਹ ਗੁਰਦਾਸ ਮਾਨ ਬਾਰੇ ਜੀ। ਦੇਖੋ ਗੁਰਦਾਸ ਮਾਨ ਨੇ ਨਾ ਜਿਹੜੀ ਇਹ ਗੱਲ ਕੀਤੀ ਹੈ ਉਹਨੂੰ ਨਹੀਂ ਸੀ ਵੈਸੇ ਕਹਿਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਇਹ ਗਲਤੀ ਦੇਖੋ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਆ। ਦੇਖੋ ਗੁਰੂ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਆ, ਉਹਨਾਂ ਦੀ ਤੁਲਨਾ ਕਦੇ ਦੂਸਰੇ ਬੰਦੇ ਨਾਲ ਕੋਈ ਕਰ ਹੀ ਨਹੀਂ ਸਕਦਾ। ਬਿਲਕੁਲ। ਤੇ ਦੇਖੋ ਉਹ ਤਾਂ ਚਲੋ ਉਹਨੇ ਮਾਫੀ ਵੀ ਮੰਗ ਲਈ ਆ, ਉਹ ਹੁਣ ਸਾਨੂੰ ਨਹੀਂ ਪਤਾ ਵੀ ਉਹ ਗਾਂ ਕੀ ਉਹਦਾ ਹੁਣ ਹੁੰਦਾ ਕੀ ਹਿਸਾਬ ਕਿਤਾਬ। ਦੇਖੋ ਮੇਰਾ ਇਹ ਆ ਕੁਐਸਚਨ ਵੀ, ਦੇਖੋ ਉਹ ਤਾਂ ਚਲੋ ਇੱਕ ਅਲੱਗ ਗੱਲ ਹੋ ਗਈ। ਜਿਹੜੇ ਲੋਕ ਕਿੰਨਿਆਂ ਹਜ਼ਾਰਾਂ ਹੀ ਸਾਲਾਂ ਤੋਂ ਇਹ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਗਾਲਾਂ ਕੱਢਦੇ, ਐਵਰੀ ਡੇ ਪਿੰਡਾਂ ਦੇ ਵਿੱਚ ਇਹ ਕੰਮ ਹੋ ਰਿਹਾ। ਉਹ ਵੀ ਗੁਰੂ ਘਰਾਂ 'ਚ ਹੋ ਰਿਹਾ। ਗੁਰੂ ਘਰਾਂ ਦੇ ਵਿੱਚ ਪਾਠ ਕਰਦਿਆਂ ਨੂੰ ਠਾਲਿਆ ਗਿਆ। ਇਹ ਵੀਡੀਓ ਸਾਹਮਣੇ ਆਈ, ਮਾਫ ਕਰਨਾ ਭਾਜੀ, ਇੱਕ ਨਿੱਕਾ ਹੀ ਆਈ, ਪਾਠ ਕਰਦਿਆਂ ਨੂੰ ਠਾਲਿਆ ਗਿਆ ਵੀ ਤੂੰ ਉਸ ਜਾਤ ਦਾ ਨਹੀਂ ਹੈਗਾ, ਉਹਨੂੰ ਮੱਥਾ ਟੇਕਿਆ, ਵਿਚਾਰਾ ਰੋਂਦਾ ਬਾਹਰ ਗਿਆ। ਉਹ ਨੋਟਿਸ ਨਹੀਂ ਲੈਣਾ ਸੀ। ਜਾਤਾਂ ਪਾਤਾਂ ਪੁੱਛੀਆਂ ਜਾਂਦੀਆਂ ਗੁਰੂ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਆਮ ਜਾਤਾਂ ਦੇ ਨਾਂ ਤੇ ਗਾਲਾਂ ਕੱਢੀਆਂ ਜਾਂਦੀਆਂ। ਬਿਲਕੁਲ। ਜੇ ਕੋਈ ਬੰਦਾ ਸਫਾਈ ਕਰਦਾ ਹੋਵੇ ਨਾ, ਦੇਖੋ ਇੱਕ ਬੰਦਾ ਸਫਾਈ ਕਰਦਾ, ਤੁਹਾਡਾ ਗੰਦਗੀ ਸਾਫ਼ ਕਰ ਰਿਹਾ, ਉਹਦੀ ਜਾਤ ਦਾ ਨਾਂ ਲੈ ਕੇ ਉਹਨੂੰ ਗਾਲਾਂ ਕੱਢੀਆਂ ਜਾਂਦੀਆਂ। ਬਿਲਕੁਲ। ਤੇ ਉੱਥੇ ਕੌਣ ਮਾਫੀ ਮੰਗੂਗਾ ਜੀ? ਉੱਥੇ ਕੋਈ ਇਹ ਧਰਮ ਵਾਲੇ ਮੂਹਰੇ ਆਣ ਕੇ ਗੱਲ ਕਰਦੇ ਵੀ ਇਹ ਗਲਤ ਆ। ਹਾਲਾਂਕਿ ਇਨਸਾਨ ਤਾਂ ਇਨਸਾਨ ਹੈ ਨਾ, ਸਾਰੀ ਦੁਨੀਆ ਨੂੰ ਪਤਾ। ਬਿਲਕੁਲ ਹੈ। ਕੋਈ ਕਹਿ ਸਕਦਾ ਵੀ ਇੱਥੇ ਤੁਸੀਂ ਬਾਹਰ ਜਦੋਂ ਆਉਨੇ, ਕੋਈ ਕਹਿ ਸਕਦਾ ਦੂਜੇ ਬੰਦੇ ਨੂੰ ਵੀ ਮੈਂ ਤੇਰੇ ਤੋਂ ਛੋਟਾ ਤੇ ਤੂੰ ਮੇਰੇ ਤੋਂ ਬੜਾ ਆ ਜੀ? ਜਦ ਕੋਈ ਕਹਿ ਕੇ ਦਿਖਾ ਲੇ ਇੱਥੇ ਇੰਗਲੈਂਡ ਵਰਗੇ ਕੰਟਰੀ ਜੇ ਯੂਰਪ ਕਿਤੇ ਵੀ ਕੋਈ ਕਹਿ ਕੇ ਦਿਖਾ ਲੇ ਇੱਥੇ। ਇਹ ਸਾਡੇ ਜੋ ਗੰਦਗੀ ਜਿਹੜੀ ਉੱਥੋਂ ਇੰਡੀਆ ਤੋਂ ਇੱਥੇ ਵੀ ਜਿਹੜੀ ਆਈ ਆ, ਉਹ ਹਾਲੇ ਇੱਥੇ ਆਣ ਕੇ ਵੀ ਨਹੀਂ ਹਟਦੇ। ਬਿਲਕੁਲ ਬਿਲਕੁਲ। ਧਰਮ ਦੇ ਨਾਲ ਨਾਲ, ਜਾਤ ਦੇ ਨਾਲ ਨਾਲ
ਮਜ਼ਹਬ ਦੇ ਨਾਲ ਉਹ ਆਪੋ ਆਪਣੀਆਂ ਚੀਜ਼ਾਂ ਵੀ ਨਾਲ ਲੈ ਕੇ ਆਇਆ 10,000 ਮੀਲ ਤੇ। ਦੇਖੋ ਜੀ ਉਹ ਕਦੋਂ ਮਾਫੀ ਮੰਗਣਗੇ? ਦੇਖੋ ਗੋਰਿਆਂ ਨੇ ਕਾਲਿਆਂ ਤੋਂ ਮਾਫੀ ਮੰਗੀ ਲਿਖਤੀ ਰੂਪ ਦੇ ਵਿੱਚ ਜੀ ਕਿ ਸਾਡੇ ਬੜਿਆਂ ਨੇ ਗਲਤੀ ਕੀਤੀ ਸੀਗੀ, ਉਹਨੇ ਮਾਫੀ ਮੰਗੀ, ਤੇ ਇਹ ਕਦੋਂ ਮਾਫੀ ਮੰਗਣਗੇ? ਇਹ ਜਾਂ ਤਾਂ ਫਿਰ ਸਾਬਤ ਕਰਨ ਪੂਰੀ ਦੁਨੀਆ ਦੇ ਵਿੱਚ ਕਿ ਜਾਤ ਪਾਤ ਛੋਟਾ ਬੜਾ ਹੁੰਦਾ ਜੀ, ਕੀ ਉਹ ਜਾ ਕੇ ਉੱਥੇ ਯੂਐਨਓ ਦੇ ਵਿੱਚ ਡਿਬੇਟ ਕਰਨਗੇ ਇਹ ਲੋਕ ਵੀ ਅਸੀਂ ਬੜੇ ਤੇ ਤੁਸੀਂ ਛੋਟੇ ਆ? ਉਹ ਛੱਤਰ ਮਾਰ ਕੇ ਕੱਢਣਗੇ ਇਹਨਾਂ ਨੂੰ ਉੱਥੋਂ। ਬਿਲਕੁਲ ਬਿਲਕੁਲ ਹੈ ਜੀ। ਨਹੀਂ ਇਹਨਾਂ ਨੂੰ ਕਿਹਨ ਹੱਕ ਦਿੱਤਾ ਇਹਨਾਂ ਨੂੰ ਇਹ ਕਹਿਣ ਦਾ ਵੀ ਫਲਾਨੀ ਜਾਤ ਆ ਤਾਂ ਫਲਾਨੀ ਜਾਤ ਆ? ਬਿਲਕੁਲ ਉੱਥੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਉੱਥੇ ਇਹ ਨਾ ਤਾਂ ਕੋਈ ਧਰਮ ਦੇ ਨਾਂ ਤੇ ਕੋਈ ਬੋਲਦਾ, ਕੋਈ ਬੰਦਾ ਨਹੀਂ ਉੱਥੇ ਗੱਲ ਕਰ, ਸਾਰੇ ਡਰਦੇ ਆ। ਬਿਲਕੁਲ ਜੀ, ਸ਼ਰਮ ਦੀ ਗੱਲ ਤਾਂ ਇਹਨਾਂ ਨੂੰ ਉਦੋਂ ਹੀ ਲਾ ਕੇ ਰੱਖ ਲਈ ਆ। ਵੋਟਾਂ ਉਹਨਾਂ ਨੂੰ ਪਾਉਣ ਦੇ ਜਿਹਨਾਂ ਜਲਿਆਂਵਾਲਾ ਬਾਗ ਦੇ ਉੱਤੇ ਅਟੈਕ ਕਰਵਾਇਆ ਔਰ ਹਰਮੰਦਰ ਸਾਹਿਬ 'ਚ ਮੈਂ ਭਾਜੀ ਤੁਹਾਨੂੰ ਦੱਸਦਾ, ਮੈਂ ਈਲੰਗ ਹਸਪੀਟਲ ਇੱਕ ਵਾਰੀ ਅੱਖਾਂ ਦਾ ਟੈਸਟ ਕਰਾਉਣ ਗਿਆ ਜੀ। ਉੱਥੇ 4-5 ਬੰਦੇ ਗਾਤਰਿਆਂ ਵਾਲੇ ਪਾ ਕੇ ਬੈਠੇ ਤਾਂ ਉਹ ਗਾਲਾਂ ਕੱਢਣ ਡਏ ਆਪਣੇ ਬੰਦਿਆਂ ਨੂੰ। ਉੱਥੇ ਮੇਰੀ ਉਹਨਾਂ ਬਹਿਸ ਹੋਈ ਬੰਦੇ ਨਾਲ, ਉਹਨੂੰ ਪੁੱਛਿਆ ਵੀ ਇੰਡੀਆ ਤੋਂ ਕਦੋਂ ਆਇਆ? ਕਿ ਮੈਂ ਤਾਂ ਯਾਰ, ਉਹ ਕਹਿੰਦਾ ਕਿੱਦਾਂ ਇੰਡੀਆ? ਨਹੀਂ ਚਲੋ ਅਸੀਂ ਆਪਣੇ ਬੰਦੇ ਤਾਂ ਉਹ ਕਹਿੰਦਾ ਡਰੱਗ ਪੀ ਜਾਂਦੇ ਆ, ਤੇ ਆਹ ਦੂਜਿਆਂ ਆਪਣੀਆਂ ਛੋਟੀਆਂ ਜਾਤਾਂ ਵਾਲੇ ਕਹਿੰਦਾ ਉਹ ਗਾਲ ਕੱਢ ਕੇ ਆਖੇ ਸਾਰੇ ਸਕੂਟਰੀਆਂ ਲੈ ਕੇ ਨੱਠੇ ਹੀ ਫਿਰਦੇ ਆ। ਚਲੋ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਹੁੰਦੇ ਆ, ਤੇ ਸਾਰਿਆਂ ਵਿੱਚ ਸਾਡਿਆਂ ਵਿੱਚ ਵੀ ਸਾਰੇ ਚੰਗੇ ਨਹੀਂ ਹੈਗੇ ਹੋਵੇ। ਉਸ ਬੰਦੇ ਨੂੰ ਤਾਂ ਕਮ ਸੇ ਕਮ ਨੌਲੇਜ ਹੋਣੀ ਚਾਹੀਦੀ ਹੈ ਜੀ। ਅੱਛੇ ਲੋਕ ਵੀ ਨੇ ਸਾਰੇ ਧਰਮਾਂ 'ਚ। ਪੁੱਛਿਆ ਮੈਂ ਕਿਹਾ ਬਾਬਾ ਤੇਰੀ ਉਮਰ ਕਿੰਨੀ ਆ? ਕਹਿੰਦਾ 75 ਸਾਲ ਦੀ ਤਾਂ ਹੋਣੀ ਆ। ਮੈਂ ਕਿਹਾ ਤੈਨੂੰ ਅਕਲ ਹਾਲੇ ਵੀ ਨਹੀਂ ਆਈ? ਮੈਂ ਸਿੱਧਾ ਹੀ ਕਹਿਤਾ ਉਹਨੂੰ। ਉਹ ਯਾਣਾ ਸੀ ਨਾ, ਯਾਣਾ ਸੀ ਉਹ। ਥੈਂਕ ਯੂ ਜੀ। ਨਾ ਬੰਦਾ ਨਾਰਮਲ ਹੋਵੇ ਆਪਾਂ ਮੰਨ ਲੈਂਦੇ ਆ, ਬਸ ਅੰਮ੍ਰਿਤ ਜੀ ਨੇ ਛਕਿਆ। ਥੈਂਕ ਯੂ ਜੀ। ਇੱਕ ਕਾਲ ਛੋਟੀ ਜਿਹੀ ਲੈ ਲੈਂਦੇ ਆ ਭਾਜੀ, ਥੈਂਕ ਯੂ ਵੈਰੀ ਮੱਚ। 1 ਮਿੰਟ ਵਾਸਤੇ ਕਾਲ ਲੈ ਲੈਂਦੇ, ਸ਼ਾਇਦ ਕੋਈ ਤੋਂ ਡਿਫਰੈਂਟ ਗੱਲ ਹੋਵੇ। ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਜੀ। ਆਓ ਜੀ। ਹੈਲੋ। ਅੱਛਾ, ਹੈਲੋ ਜੀ, ਜੈ ਗੁਰਦੇਵ ਵੀਰ ਜੀ। ਜੈ ਗੁਰਦੇਵ ਜੀ। ਜੀ ਆਇਆਂ ਨੂੰ ਕਹਿੰਦੇ ਆ ਨਾ, ਤੁਸੀਂ ਬਹੁਤ ਵਧੀਆ ਟੌਪਿਕ ਰੱਖਿਆ ਸੀ ਜੀ। ਅਸੀਂ ਟੌਪਿਕ ਨਹੀਂ ਲੈ ਕੇ ਆਉਂਦੇ, ਇਹ ਤਾਂ ਸਵਾਲ ਸੀ। ਹਾਂਜੀ, ਸਾਡਾ ਇਹ ਪੱਖ ਦੇ ਮਸਲੇ ਦਾ ਹੀ ਇੱਕ ਸੀਗਾ, ਹਿੱਸਾ ਸੀ। ਹਾਂਜੀ, ਨਹੀਂ ਮੈਨੂੰ ਪਤਾ ਆ। ਹਾਂਜੀ ਦੇਖੋ, ਇਹ ਜਿਹੜੇ ਨਾ ਇਹ ਮਤਲਬ ਇੱਕ ਦੂਜੇ ਸਪੋਰਟ ਕਰਦੇ ਜਾਂ ਕੁਛ ਵੀ ਕਰਦੇ ਆ, ਤੇ ਜਿਹੜੀ ਤੁਸੀਂ ਟੌਪਿਕ ਰੱਖਿਆ, ਗੱਲ ਕੀਤੀ ਆ ਨਾ ਜੀ, ਉਹਦੇ ਪਰ ਗੱਲਾਂ ਹੋਣੀਆਂ ਚਾਹੀਦੀਆਂ। ਉਹ 20 ਮਿੰਟ ਲੈ ਕੇ ਚਲਾ ਗਿਆ, ਉਹਨੂੰ ਇੰਨਾ ਨਹੀਂ ਪਤਾ ਮਗਰਲੇ ਵੀ ਹੋਣੇ ਆ ਪਿੱਛੇ। ਗੱਲ ਉਹ ਪਾਈ ਆ ਕਿ ਤਾਂ ਸਭਾ ਮਨ ਦੀ ਉਹ ਵੱਡੀ ਬਣਾ ਕੇ ਖਿੱਚ ਕੇ ਲੈ ਗਿਆ ਆ, ਹੈ ਨਾ। ਇੱਦਾਂ ਵੀ ਸੋਚਣਾ ਚਾਹੀਦਾ, ਜੇ ਅਸੀਂ ਸਿਆਣੇ ਆ, ਜੇ ਦੂਜੇ ਨੂੰ ਨਿਆਣੇ ਤੁਸੀਂ ਕਹਿੰਦੇ ਆ, ਤੇ ਸਿਆਣਿਆਂ ਨੂੰ ਵੀ ਅਕਲ ਹੋਣੀ ਚਾਹੀਦੀ ਆ ਤੇ ਗੱਲ ਕਿਹੜੀ ਚੱਲਦੀ ਆ ਤੇ ਕਿੱਥੇ ਅਸੀਂ ਨਿਬੇੜਨੀ ਆ। ਤੇ ਇੱਕ ਦੋ ਗੱਲਾਂ ਹੁੰਦੀਆਂ ਤੇ ਏਦਾਂ ਨਹੀਂ ਏਦਾਂ, ਤੇ ਤੁਸੀਂ ਜੋ ਹੋਰ ਨਿੱਕੜ ਸੁੱਕੜ ਪਤਾ ਨਹੀਂ ਕਿੱਥੇ ਜੋੜ ਲਈਆਂ, ਕੀ ਕਰ ਲਿਆ। ਇਹਨਾਂ ਲੋਕਾਂ ਨੂੰ ਫਿਰ ਸਿਆਣੇ ਕਹਿ ਹੋ ਸਕਦਾ? ਅਸੀਂ ਉਹ ਗੱਲ ਨਿਬੇੜ ਦਿੱਤੀ ਸੀ ਵੀ ਗੁਰਦਾਸ ਮਾਨ ਨੇ ਮਾਫੀ ਮੰਗੀ ਹੈ, ਇਸ ਤੋਂ ਬਾਅਦ ਹਾਂਜੀ ਜੋ ਵੀ ਉਹਦਾ ਕੰਮ ਹੈ ਉਹ ਸਿੱਖ ਧਰਮ ਦੇ ਲੋਕ ਹਾਂਜੀ, ਮੈਂ ਸੁਣਿਆ ਸੀ, ਮੈਂ ਦੇਖਿਆ ਸਾਰਾ ਕੁਝ। ਪਰ ਮੇਰਾ ਮਤਲਬ ਕੀ ਹੈ, ਜਿਹੜੀ ਗੱਲ ਹੁੰਦੀ ਤੁਸੀਂ ਉਨੀ ਕਰੋ, ਤੇ ਦੂਜਿਆਂ ਨੂੰ ਲੋਕਾਂ ਨੂੰ ਬਸ ਤੰਗ ਕਰਨਾ, ਅਗਲੇ ਵੀ ਸੁਣਦੇ ਹੁੰਦੇ ਆ, ਇਹ ਰੱਖ ਦੇਵੇ ਤਾਂ ਅਸੀਂ ਕੋਈ ਗੱਲ ਕਰ ਲਈਏ, ਹੈ ਨਾ। ਤੇ ਪਰ ਮਤਲਬ ਦੇਖੋ, ਕੱਲੇ 20 ਮਿੰਟ ਲੈ ਕੇ ਚਲਾ ਗਿਆ ਆ। ਲੋੜ ਤੋਂ ਵੱਧ ਵਿਰੋਧ ਜਿਹੜਾ ਹੁੰਦਾ ਨਾ, ਲੋੜ ਤੋਂ ਵੱਧ ਨਹੀਂ, ਇਹ ਇਦਾਂ ਹੀ ਤੇ ਪੁਆੜੇ ਪਏ ਹੋਇਆ ਸਾਡੇ। ਲੋੜ ਤੋਂ ਵੱਧ ਵਿਰੋਧ ਉਹ ਇਹ ਭੁੱਲ ਜਾਂਦੇ ਆ ਵੀ ਪਿਛਲੇ ਸਮੇਂ 'ਚ ਉਹਨੂੰ 40 ਸਾਲਾਂ 'ਚ ਦਿੱਤਾ ਕੀ ਆ ਸਮਾਜ ਨੂੰ। ਭਾਵੇਂ ਪੈਸੇ ਲਏ ਆ, ਫੌਜੀ ਵੀ ਤਾਂ ਜਾਨ ਦਿੰਦਾ, ਉਹ ਵੀ ਤਾਂ ਆਪਣੀ ਤਨਖਾਹ ਲੈਂਦਾ, ਅਸੀਂ ਵੀ ਤਾਂ ਇੱਥੇ ਕੁਝ ਕਰਦੇ ਆ, ਤੁਸੀਂ ਵੀ ਤਾਂ। ਮਤਲਬ ਇਹ ਥੋੜ੍ਹੀ ਹੈ ਵੀ ਹੁਣ ਜੋ ਕੁਛ ਦਿੱਤਾ, ਇਹ ਪਹਿਲਾਂ ਦੇਖੋ ਵੀ ਬਹੁਤ ਵਧੀਆ। ਖੈਰ ਸਾਡੇ ਮਿੰਟੇ ਮੁੱਕ ਗਏ ਭੈਣ ਜੀ। ਨਹੀਂ ਚੱਲ ਕੋਈ ਨਹੀਂ, ਮੈਂ ਕਹਿ ਦਿੰਦੀ ਵੀ ਮਤਲਬ ਨਾ ਇਹ ਆਪ ਸਿਆਣਾ ਆ, ਸਾਨੂੰ ਪਤਾ ਆ, ਨਿੱਕਾ ਜਿਹਾ ਨਿਆਣਾ ਨਹੀਂ ਹੈਗਾ। ਕਿੱਡੀ ਉਹ ਲੜੀ ਲੈ ਕੇ ਚੱਲ ਗਏ, ਤੁਹਾਡੀ ਤਾਂ ਸੁਣਨੇ ਨਹੀਂ ਦਿੱਤੀ ਹੈਗੀ। ਹਾਂ ਚਲੋ, ਜੇ ਸਾਡੇ ਨਾਲ ਵਾਰਤਾਲਾਪ ਕਰਦਾ 2 ਮਿੰਟ ਦੀ ਗੱਲ ਸੀ। ਟੈਲੀਵਿਜ਼ਨ ਜੇ ਕਿੱਥੋਂ ਗੱਲਾਂ ਹੁੰਦੀਆਂ ਪਏ, ਇੰਨਾ ਤੁਸੀਂ ਸਫ਼ਰ ਕੱਟ ਸਕਦੇ, ਕਿਸੇ ਨੂੰ ਉੱਤੇ ਬਦਨਾਮ ਕਰੀ ਜਾਣਾ, ਝੂਠੇ ਬਣਾਈ ਜਾਣਾ। ਗੱਲ ਹੁੰਦੀ ਜੇ ਆਪ ਵੀ ਮੋੜ ਕੇ ਜਵਾਬ ਕਰੇ। ਥੈਂਕ ਯੂ ਮੇਰਾ ਵੀਰ ਜੀ, ਚੜ੍ਹਦੀ ਕਲਾ ਰੱਖੇ। ਜੈ ਗੁਰਦੇਵ ਜੀ। ਜੈ ਗੁਰਦੇਵ। ਧੰਨ ਗੁਰਦੇਵ। ਤੁਹਾਡੇ ਤੋਂ ਵੀ ਮਾਫੀ ਚਾਹੁੰਦੇ ਹਾਂ ਜੀ। ਹਾਂਜੀ, ਅਸੀਂ ਵੀ ਜੇ ਕੋਈ ਬਹਿਸ ਦੇ ਵਿੱਚ ਕਿਸੇ ਪਾਸਿਓਂ ਕੋਈ ਗੱਲ ਗਲਤ ਕਹੀ ਹੋਵੇ, ਅਸੀਂ ਸਾਰੇ ਮੈਂ ਵੀ ਮਾਫੀ ਮੰਗਦਾ ਕਿ ਕਿਸੇ ਨੂੰ ਕੁਛ, ਸਾਡਾ ਮਕਸਦ ਕਦੀ ਕਿਸੇ ਦੀ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ। ਸੋ ਅੱਜ ਦਾ ਇਹ ਪ੍ਰੋਗਰਾਮ ਇਸ ਦੇ ਨਾਲ ਸਮਾਪਤ ਹੁੰਦਾ। ਜੈ ਗੁਰਦੇਵ। ਜੈ ਭੀਮ।